ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਪਾਤਸ਼ਾਹੀ ਦਸਵੀਂ, ਪ੍ਰਾਣੀ ਪਰਮ ਪੁਰਖ ਪਗ ਲਾਗੋ। ਸੋਵਤ ਕਹਾਂ ਮੋਹ ਨਿਦਰਾ ਮੈਂ, ਕਬਹੂ ਸੁਚਿਤ ਹਵੈ ਜਾਗੋ। ਰਹਾਉ ਔਰਨ ਕਹੈ ਉਪਦੇਸ਼ਤ ਹੈ ਪਸ, ਤੋਹੇ ਪਰ ਬੋਧ ਨਾ ਲਾਗੋ। ਸਿੰਚਤ ਕਹਾ ਪਰੇ ਬਿਖਿਅਨ ਕਹਿ, ਕਬਹੂ ਬਿਖੈ ਰਸ ਤਿਆਗੋ। ਕੇਵਲ ਕਰਮ ਭਰਮ ਸੇ ਚੀਨਹੁ, ਧਰਮ ਕਰਮ ਅਨੁਰਾਗੋ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਜਾਂ ਤੇ ਦੁਖ ਪਾਪ ਨਹਿ ਭੇਟੈ, ਕਾਲ ਜਾਲ ਤੇ ਤਾਗੋ। ਜੋ ਸੁਖ ਚਾਹੋ ਸਦਾ ਸਭਨ ਕੋ, ਤੋ ਹਰ ਕੇ ਰਸ ਪਾਗੋ। ਜਾਂ ਤੇ ਦੁਖ ਪਾਪ ਨਹਿ ਭੇਟੈ, ਕਾਲ ਜਾਲ ਤੇ ਤਾਗੋ। ਜੋ ਸੁਖ ਚਾਹੋ ਸਦਾ ਸਭਨ ਕੋ, ਤੋ ਹਰ ਕੇ ਰਸ ਪਾਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਰਬ ਕਲਾ ਸਮਰੱਥ, ਲੋਕ ਪਰਲੋਕ ਦੇ ਸਹਾਇਕ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀਓ, ਆਪ ਜੀ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਉਹਨਾਂ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ, ਜਿਸ ਨੂੰ ਪਿਆਰ ਨਾਲ ਗੁਰਮੁਖ ਗੁਰਸਿੱਖ ਸ਼ਬਦ ਹਜ਼ਾਰੇ ਕਹਿੰਦੇ ਹਨ, ਔਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਚਾਰਨ ਕੀਤੀ ਹੈ। ਇਹ 10 ਸ਼ਬਦਾਂ ਵਿੱਚੋਂ ਅੱਜ ਦਾ ਸ਼ਬਦ ਜੋ 10ਮ ਗ੍ਰੰਥ ਵਿੱਚ ਸੁਸ਼ੋਭਿਤ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਇਸ ਸ਼ਬਦ ਵਿੱਚ ਉਸ ਨੀਂਦ ਦਾ ਵਰਣਨ ਕਰਦੇ ਹਨ, ਜਿਸ ਨੀਂਦ ਵਿੱਚ ਸਾਡਾ ਮਨ ਲਗਾਤਾਰ ਸੁੱਤਾ ਰਹਿੰਦਾ ਹੈ, ਔਰ ਜਿਹੜੀ ਬਖਸ਼ਿਸ਼ ਸਾਡੇ ਜੀਵਨ ਵਿੱਚ ਸਾਨੂੰ ਮਿਲ ਸਕਦੀ ਹੈ, ਉਸ ਨੀਂਦ ਦੇ ਕਾਰਨ, ਉਸ ਗਹਿਰੀ ਬੇਹੋਸ਼ੀ ਦੇ ਕਾਰਨ, ਉਹ ਨਾਮ ਦੀ ਦਾਤ ਤੋਂ ਇਸ ਤਰ੍ਹਾਂ ਟਾਈਮ ਨੂੰ, ਸਮੇਂ ਨੂੰ ਗਵਾ ਲੈਂਦਾ ਹੈ। ਇੱਕ ਸਰੀਰ ਦੀ ਨੀਂਦ ਹੈ, ਪਰ ਇੱਥੇ ਮਨ ਦੀ ਨੀਂਦ ਦਾ ਜ਼ਿਕਰ ਕਰ ਰਹੇ ਨੇ। ਮਨ ਕਦੋਂ ਸੌਂਦਾ ਹੈ? ਮਨ ਦੀ ਨੀਂਦ ਦਾ ਮਤਲਬ ਸਰੀਰ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਜਦੋਂ ਮਨ ਸੁੱਤਾ ਰਹਿੰਦਾ, ਉਦੋਂ ਸਰੀਰ ਜਾਗਣ ਤੋਂ ਬਾਅਦ ਵੀ ਇਹ ਸੌਂਦਾ ਹੈ, ਔਰ ਜਦੋਂ ਇਹ ਜਾਗ ਪੈਂਦਾ, ਉਦੋਂ ਸਰੀਰ ਦੇ ਸੁੱਤਿਆਂ ਵੀ ਸੁਰਤੀ ਜਾਗਦੀ ਰਹਿੰਦੀ ਹੈ। ਔਰ ਨੀਂਦ ਦਾ ਮਤਲਬ ਪਹਿਲਾਂ ਆਪਾਂ ਸਮਝਾਂਗੇ, ਜਿਹਨੂੰ ਗੁਰੂ ਸਾਹਿਬ ਕਹਿ ਰਹੇ ਨੇ ਸੋਵਤ ਕਹਾਂ ਮੋਹ ਨਿੰਦਰਾ ਮੈਂ। ਬਹੁਤ ਪਿਆਰੇ ਸ਼ਬਦ ਨੇ।
ਮੋਹ ਦੀ ਨੀਂਦ ਵਿੱਚ ਤੂੰ ਸੁੱਤਾ ਹੋਇਆ। ਮੋਹ ਸ਼ਬਦ ਦਾ ਅਰਥ ਪੰਜ ਵਿਕਾਰਾਂ ਵਿੱਚ ਆਮ ਤੌਰ ਤੇ ਪਰਿਵਾਰ ਨਾਲ ਸੰਬੰਧ ਰੱਖਿਆ ਜਾਂਦਾ, ਪਰ ਮੋਹ ਦਾ ਅਰਥ ਹੈ ਪਕੜ, ਕਿਸੇ ਵੀ ਚੀਜ਼ ਵਿੱਚ ਇੰਨਾ ਵਹਿ ਜਾਣਾ ਕਿ ਆਪਣਾ ਆਪ ਭੁੱਲ ਜਾਣਾ। ਅਸਲ ਵਿੱਚ ਮਨ ਦੀ ਨੀਂਦ ਦਾ ਮਤਲਬ ਹੈ ਕਿਸੇ ਚੀਜ਼ ਨੂੰ ਸੁਣਨਾ, ਸੁਣਦਿਆਂ ਸੁਣਦਿਆਂ ਉਹਦੇ ਵਿੱਚ ਇੰਨਾ ਗਵਾਚ ਜਾਣਾ ਕਿ ਆਪਣਾ ਆਪ ਭੁੱਲ ਜਾਏ, ਆਪਣੇ ਆਪੇ ਦੀ ਖਬਰ ਹੀ ਨਾ ਰਵੇ ਮੈਂ ਕੌਣ ਹਾਂ। ਤੇ ਜਾਗ ਕੀ ਹੈ? ਜਾਗ ਦਾ ਮਤਲਬ ਹੈ ਕਿਸੇ ਨੂੰ ਸੁਣਨਾ ਵੀ, ਪਰ ਜਿਹੜਾ ਸੁਣ ਰਿਹਾ ਉਹਦਾ ਧਿਆਨ ਰੱਖਣਾ। ਇਹਨੂੰ ਕਹਿੰਦੇ ਨੇ ਇਸ ਬੰਦੇ ਦੇ ਅੰਦਰ ਸੁਰਤੀ ਜਾਗ ਪਈ, ਸੁਣ ਵੀ ਰਿਹਾ ਹੈ ਤੇ ਇੱਕ ਉਹ ਜਿਹੜਾ ਸੁਣ ਰਿਹਾ ਹੈ ਉਹਨੂੰ ਵੇਖਣਾ ਕਿ ਸੁਣ ਰਿਹਾ, ਉਹਦੇ ਵਿੱਚ ਗਵਾਚਣਾ ਨਹੀਂ। ਇਹ ਸਿਮਰਨ ਦੀ ਅਵਸਥਾ ਹੈ। ਸਿਮਰਨ ਦਾ ਇਹ ਅਰਥ ਹੈ ਕਿ ਅਸੀਂ ਕਿਸੇ ਚੀਜ਼ ਨੂੰ ਸੁਣਦੇ ਹਾਂ, ਵੇਖਦੇ ਹਾਂ, ਉਹਦੇ ਵਿੱਚ ਗਵਾਚਦੇ ਨਹੀਂ। ਜਿਵੇਂ ਸਾਹਮਣੇ ਕੋਈ ਵਸਤੂ ਵੇਖੀ ਹੈ, ਉਹਦਾ ਵਿਚਾਰ ਆਇਆ, ਉਸ ਖਿਆਲ ਦੇ ਵਿੱਚ ਵੇਖਦੇ ਵੇਖਦੇ ਵਿਚਾਰਾਂ ਦੇ ਵਿੱਚ ਇੰਨੇ ਅੱਗੇ ਦੀ ਅੱਗੇ ਨਿਕਲ ਗਏ ਕਿ ਮਨ ਗਵਾਚ ਗਿਆ, ਉਹਦੇ ਵਿੱਚ ਫਸ ਗਿਆ, ਉਸ ਜਾਲ ਦੇ ਵਿੱਚ। ਹੁਣ ਉਹਦੇ ਵਿੱਚੋਂ ਨਿਕਲਦਾ ਨਹੀਂ। ਤੇ ਫਿਰ ਨੀਂਦ ਇਹ ਬੜੀ ਲੰਮੀ ਹੋ ਜਾਂਦੀ ਹੈ। ਸੁੱਤਿਆਂ ਹੀ ਜੀਵਨ ਚੱਲਦਾ ਰਹਿੰਦਾ ਹੈ, ਸਰੀਰ ਜਾਗਦਾ ਹੈ, ਸਰੀਰ ਸੌਂ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਉਸ ਮਨ ਨੂੰ ਜਗਾਉਣ ਵਾਸਤੇ, ਜੋ ਮਨ ਸਦੀਆਂ ਤੋਂ ਨਹੀਂ, ਮਹਾਰਾਜ ਕਹਿੰਦੇ ਜਨਮਾਂ ਤੋਂ ਸੁੱਤਾ ਹੋਇਆ ਹੈ, ਉਹਨੂੰ ਜਗਾਉਣ ਵਾਸਤੇ ਪਹਿਲਾਂ ਸਰੀਰਕ ਇੱਕ ਜਾਗ ਦਾ ਟਾਈਮ ਸਾਨੂੰ ਦਿੱਤਾ। ਬੜਾ ਪ੍ਰਬਲ ਉਹਦੇ ਤੇ ਜ਼ੋਰ ਦਿੱਤਾ ਗਿਆ ਬਾਣੀ ਵਿੱਚ ਕਿ ਉਸ ਟਾਈਮ ਤੇ ਤੂੰ ਜ਼ਰੂਰ ਜਾਗ, ਤਾਂ ਕਿ ਤੈਨੂੰ ਉਸ ਵਕਤ ਸੁੱਤਾ ਹੋਇਆ ਮਨ ਤੇਰੇ ਸਾਹਮਣੇ ਆ ਜਾਏ ਜਦੋਂ ਕੋਈ ਹੋਰ ਨਹੀਂ ਜਾਗਦਾ। ਉਹ ਸਮਾਂ ਅੰਮ੍ਰਿਤ ਵੇਲਾ ਹੈ। ਅਸੀਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਅੰਮ੍ਰਿਤ ਵੇਲੇ ਵੇਖ ਸਕਨੇ ਹਾਂ, ਕਿਉਂਕਿ ਉਦੋਂ ਅਸੀਂ ਇਕੱਲੇ ਹੁੰਨੇ ਹਾਂ। ਆਮ ਤੌਰ ਤੇ ਸੋਚਿਆ ਜਾਂਦਾ ਵੀ ਜ਼ਿਆਦਾ ਲੋਕਾਂ ਵਿੱਚ ਰਹਿਣ ਦੇ ਨਾਲ ਬੰਦੇ ਨੂੰ ਜ਼ਿਆਦਾ ਨਸੀਹਤ, ਜ਼ਿਆਦਾ ਸਿੱਖਿਆ ਦੀ ਪ੍ਰਾਪਤੀ ਹੁੰਦੀ ਹੈ, ਪਰ ਇਹ ਸੱਚਾਈ ਨਹੀਂ ਹੈ। ਜਦੋਂ ਅਸੀਂ ਇਕੱਲੇ ਹੁੰਨੇ ਹਾਂ ਤੇ ਅੰਮ੍ਰਿਤ ਵੇਲੇ ਸਭ ਤੋਂ ਜ਼ਿਆਦਾ ਇਕਾਂਤ ਹੁੰਦੀ, ਉਹਦੇ ਵਿੱਚ ਫਿਰ ਸਾਡੇ ਮਨ ਦਾ ਸਰੂਪ ਸਾਡੇ ਸਾਹਮਣੇ ਆਉਂਦਾ ਹੈ। ਨਿਤਨੇਮ ਵਿੱਚ ਹੋਰ ਵੀ ਜ਼ਿਆਦਾ ਸਾਹਮਣੇ ਆਉਂਦੀ ਸਾਡੇ ਮਨ ਦੀ ਤਸਵੀਰ। ਨਿਤਨੇਮ ਦਾ ਹੋਰ ਅਰਥ ਕੀ ਹੈ? ਨਿਤਨੇਮ ਦਾ ਮਤਲਬ ਕੀ ਹੈ? ਨਿਤਨੇਮ ਦਾ ਮਤਲਬ ਹੈ ਕਿ ਅਸੀਂ ਪਰਤ ਕੇ ਆਪਣੇ ਅੰਦਰੋਂ ਉੱਠਦੇ ਖਿਆਲਾਂ ਨੂੰ ਵੇਖ ਸਕਨੇ ਹਾਂ ਕਿ ਮੈਂ ਕੌਣ। ਜਿਨ੍ਹਾਂ ਨੇ ਆਪਣੇ ਆਪ ਨੂੰ ਵੇਖ ਲਿਆ, ਉਸ ਦਿਨ ਪਹਿਲੇ ਦਿਨ ਹੰਕਾਰ ਟੁੱਟਾ ਤੇ ਉਹਦੇ ਵਿੱਚੋਂ ਇਹ ਪਤਾ ਲੱਗਾ ਕਿ ਮੈਂ ਤਾਂ ਆਪਣੇ ਆਪ ਨੂੰ ਬੜਾ ਹੀ ਧਰਮਾਤਮਾ ਸਮਝਦਾ ਸੀ, ਪਰ ਹੁਣ ਜਦੋਂ ਇਕਾਂਤ ਵਿੱਚ ਬਹਿੰਦਾ ਹਾਂ, ਮੇਰੇ ਵਿੱਚੋਂ ਕਿੰਨੀਆਂ ਤਸਵੀਰਾਂ ਨਿਕਲ ਕੇ ਮੇਰੇ ਅੱਗੋਂ ਦੀ ਸਾਹਮਣੇ ਜਾਂਦੀਆਂ। ਬੜੇ ਜਿਹੜੇ ਅਭਿਆਸ ਕਰਨ ਵਾਲੇ ਗੁਰਮੁਖ ਨੇ, ਜਿਹੜੇ ਤਾਂ ਜਾਣਕਾਰ ਹੋ ਗਏ, ਜਿਹੜੇ ਤਾਂ ਸੰਗਤ ਕਰਦੇ, ਉਹਨਾਂ ਨੂੰ ਤੇ ਪਤਾ ਹੈ ਵੀ ਇਹ ਸਿਮਰਨ ਦਾ ਅਰਥ ਕੀ ਹੁੰਦਾ ਹੈ। ਇਹ ਤੇ ਜਪ ਹੈ ਜਿਹੜਾ ਅਸੀਂ ਕਰਨੇ। ਜਪ ਕਰਨਾ, ਨਿਤਨੇਮ ਕਰਨਾ, ਪਾਠ ਕਰਨਾ ਉਸ ਅਵਸਥਾ ਵਿੱਚ ਲੈ ਕੇ ਜਾਂਦਾ ਜਿੱਥੇ ਅਸੀਂ ਆਪਣੇ ਖਿਆਲਾਂ ਨੂੰ ਪਕੜ ਸਕਨੇ ਹਾਂ ਕਿ ਮੈਂ ਕੀ ਸੋਚ ਰਿਹਾ। ਪਹਿਲਾਂ ਫੜਦੇ ਨਹੀਂ ਸੀ, ਮਨ ਸੁੱਤਾ ਪਿਆ ਸੀ। ਜਿਵੇਂ ਕੋਈ ਆਦਮੀ ਆਪਣੇ ਘਰ ਵਿੱਚ ਬਿਲਕੁਲ ਨਿਚਿੰਤ ਸੁੱਤਾ ਹੋਇਆ ਹੈ ਤੇ ਉਸ ਨੀਂਦ ਵਿੱਚ ਉਹਦੇ ਦਰਵਾਜ਼ੇ ਵੀ ਖੁੱਲੇ ਨੇ ਤੇ ਰਾਹੀ ਚੋਰ ਲੰਘਦਾ ਹੈ, ਅੰਦਰ ਵੜਦਾ, ਜੋ ਮਰਜ਼ੀ ਚੁੱਕ ਕੇ ਲੈ ਜਾਂਦਾ ਹੈ, ਕਿਉਂਕਿ ਉਹ ਨੀਂਦ ਵਿੱਚ ਹੈ, ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਲੁੱਟਿਆ ਜਾ ਰਿਹਾ। ਪਰ ਜਦੋਂ ਉਹਨੂੰ ਕੋਈ ਜਗਾ ਦਿੰਦਾ ਹੈ, ਇਸ ਕਰਕੇ ਸੁੱਤੇ ਵਿਅਕਤੀ ਨੂੰ ਕਿਉਂ ਕਿਹਾ ਹੈ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸੁੱਤਾ ਹੋਇਆ ਵਿਅਕਤੀ ਭਾਵੇਂ ਕਿੰਨਾ ਸਮਝਦਾਰ ਹੈ, ਉਹਦੀ ਨੀਂਦ ਤੋੜਨ ਵਾਸਤੇ ਇੱਕ ਬਾਹਰਲਾ ਸਾਧਨ ਚਾਹੀਦਾ ਹੈ, ਨਹੀਂ ਤੇ ਉਹਦੀ ਨੀਂਦ ਨਹੀਂ ਟੁੱਟ ਸਕਦੀ। ਭਾਵੇਂ ਉਹ ਅਲਾਰਮ ਹੈ, ਭਾਵੇਂ ਉਹ ਕੁਝ ਹੈ, ਉਹਨੂੰ ਸਾਧਨ ਚਾਹੀਦਾ।
ਤਾਂ ਹੀ ਕਹਿੰਦੇ ਨੇ ਤੂੰ ਕੱਲਾ ਨਹੀਂ ਜਾ ਸਕਦਾ, ਕਿਉਂਕਿ ਕੱਲਾ ਜਾਗ ਨਹੀਂ ਸਕਦਾ। ਅਜੇ ਸਰੀਰ ਦੀ ਨੀਂਦ ਤਾਂ ਇਸ ਤਰ੍ਹਾਂ ਦੀ ਹੈ ਕਿ ਇਹ ਥੋੜੇ ਜਿਹੇ ਘੰਟੇ ਪਾਰ ਕਰ ਜਾਏ ਤੇ ਵਿਅਕਤੀ ਨੂੰ ਜਾਗ ਆ ਜਾਂਦੀ ਆਪਣੇ ਆਪ। ਪਰ ਮਨ ਦੀ ਨੀਂਦ ਇਸ ਤਰ੍ਹਾਂ ਦੀ ਨਹੀਂ, ਉਹਦਾ ਟਾਈਮ ਕੋਈ ਨਹੀਂ ਹੈ। ਉਹ ਤੇ ਭਾਵੇਂ 100 ਜਨਮ ਤੱਕ ਵੀ ਸੁੱਤਾ ਰਹੇ, 100 ਜਨਮਾਂ ਤੱਕ ਵੀ ਸੁੱਤਾ ਰਹੇ, ਉਹਨੂੰ ਜਾਗ ਨਹੀਂ ਆ ਸਕਦੀ ਗੁਰੂ ਤੋਂ ਬਿਨਾਂ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਹੀ ਜਗਾਉਂਦਾ ਹੈ ਮਨ ਨੂੰ। ਸਤਿਗੁਰ ਜਾਗ ਜਗਾਏ ਦਾ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਗੁਰੂ ਜਗਾਉਂਦਾ ਹੈ, ਜਾਂ ਗੁਰੂ ਕਿਸੇ ਤਰੀਕੇ ਦੇ ਰਾਹੀਂ ਕਿਸੇ ਦੇ ਰਾਹੀਂ ਜਗਾ ਦਿੰਦਾ। ਕਿਸੇ ਤਰ੍ਹਾਂ ਚੋਟ ਲੱਗ ਜਾਂਦੀ, ਕੋਈ ਦੁੱਖ ਦੀ ਚੋਟ ਲੱਗ ਜਾਂਦੀ ਹੈ, ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨੂੰ ਖਿੱਚਣਾ ਪੈਂਦਾ ਮਨ ਨੂੰ। ਇੰਨੀ ਜਲਦੀ ਇਹਦੀ ਨੀਂਦ ਟੁੱਟਦੀ ਨਹੀਂ। ਤੇ ਜਦੋਂ ਜਾਗ ਆ ਜਾਂਦੀ ਉਹਦੇ ਤੋਂ ਬਾਅਦ ਫਿਰ ਬੰਦੇ ਨੂੰ ਆਪਣੀ ਨੀਂਦ ਦਿਸਦੀ। ਮੈਂ ਗੱਲ ਕਰ ਰਿਹਾ ਸੀ ਜਿਵੇਂ ਸਿਮਰਨ ਦਾ ਅਰਥ ਹੈ ਜਦੋਂ ਅਸੀਂ ਇਕੱਲੇ ਹੋ ਕੇ ਆਪਣੇ ਆਪ ਨੂੰ ਵੇਖਣ ਲੱਗ ਪੈਂਦੇ ਹਾਂ। ਫਿਰ ਕਈ ਗੁਰਮੁਖ ਇੱਕਦਮ ਕਹਿੰਦੇ ਨੇ ਕਿ ਜਦੋਂ ਮੈਂ ਪਾਠ ਨਹੀਂ ਸੀ ਕਰਦਾ ਉਦੋਂ ਤੇ ਮਨ ਕਦੀ ਦੌੜੇ ਨਹੀਂ ਸੀ, ਹੁਣ ਬੜੇ ਖਿਆਲ ਆਉਂਦੇ ਨੇ। ਤੇ ਕਈ ਵਾਰੀ ਤੇ ਇੰਨਾ ਘਬਰਾ ਜਾਂਦਾ ਵੀ ਇਹ ਖਿਆਲ ਮੈਂ ਹੋਵਾਂ ਇੰਨਾ ਵੱਡਾ ਧਾਰਮਿਕ ਬੰਦਾ, ਮੇਰੇ ਵਿੱਚੋਂ ਇਹ ਖਿਆਲ ਕਿਵੇਂ ਆ ਸਕਦੇ ਨੇ। ਪਿਛਲੇ ਇੰਨੇ ਸਾਲ ਤੇ ਸਾਨੂੰ ਸਮਾਜ ਨੇ, ਲੋਕਾਂ ਨੇ ਸਰਟੀਫਿਕੇਟ ਦਿੱਤਾ ਸੀ ਨਾ ਬਈ ਇਹ ਤੇ ਬੜਾ ਧਰਮਾਤਮਾ ਹੈ, ਠੀਕ ਹੈ, ਨੇ ਇਹ ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ, ਬੰਦਾ ਬਹੁਤ ਚੰਗਾ ਹੈ, ਦਾਨ ਪੁੰਨ ਬਹੁਤ ਕਰਦਾ ਹੈ, ਛਬੀਲ ਲਾਉਂਦਾ ਹੈ, ਝੂਠ ਨਹੀਂ ਬੋਲਦਾ, ਲੋਕਾਂ ਨੂੰ ਨੌਕਰੀ ਦਿਵਾਉਂਦਾ ਹੈ, ਲੋਕਾਂ ਦੀ ਮਦਦ ਕਰ ਦਿੰਦਾ, ਕੱਪੜੇ ਵੰਡਦਾ ਹੈ, ਦਵਾਈਆਂ ਵੰਡਦਾ ਹੈ। ਇਹ ਚੰਗੇ ਕੰਮ ਸਨ, ਪਰ ਇਹ ਵੀ ਸਵਾ ਦਿੰਦੇ ਨੇ। ਧਰਮ ਦੇ ਕੁਝ ਕਰਮ ਐਸੇ ਨੇ ਜਿਨ੍ਹਾਂ ਦਾ ਅੱਜ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਉਹ ਵੀ ਭਰਮ ਵਿੱਚ ਸਵਾ ਦਿੰਦੇ ਨੇ ਮਨੁੱਖ ਨੂੰ। ਅੱਗੇ ਬਾਣੀ ਦੇ ਵਿੱਚ ਇਸੇ ਸ਼ਬਦ ਵਿੱਚ ਆਇਆ, ਕੇਵਲ ਕਰਮ ਭਰਮ ਸੇ ਚੀਨੋ। ਤੁਸੀਂ ਕੇਵਲ ਉਹਨਾਂ ਕਰਮਾਂ ਵਿੱਚ ਹੀ ਪੈ ਰਹਿੰਦੇ ਹੋ ਜਿਹੜੇ ਤੁਹਾਨੂੰ ਹੋਰ ਸਵਾ ਦਿੰਦੇ ਨੇ ਜਗਾਉਣ ਦੀ ਬਜਾਏ। ਕੇਵਲ ਕਰਮ ਭਰਮ ਸੇ ਚੀਨੋ, ਉਹ ਕਰਮ ਤੁਸੀਂ ਧਰਮ ਵਿੱਚ ਵੀ ਕਰੀ ਜਾ ਰਹੇ ਹੋ ਜਿਹੜੇ ਤੁਹਾਨੂੰ ਜਗਾਉਂਦੇ ਨਹੀਂ, ਹੋਰ ਸਵਾ ਦਿੰਦੇ ਨੇ। ਕਿਉਂਕਿ ਇੱਕ ਕਰਮ ਕੀਤਾ ਤੇ ਉਹ ਅਖਬਾਰਾਂ ਵਿੱਚ, ਉਹ ਲੋਕਾਂ ਵਿੱਚ ਇੰਨਾ ਪ੍ਰਵਿਰਤ ਹੋਇਆ, ਦਾਨ ਪੁੰਨ ਚੰਗਿਆਈ ਚੰਗੇ ਕੰਮ ਇੰਨਾ ਹੋਇਆ ਕਿ ਮਨ ਨੇ ਉੱਥੇ ਜਾਗਣਾ ਸੀ, ਉੱਥੇ ਫਿਰ ਸੌਂ ਗਿਆ। ਹੋਣੀ ਤੇ ਹੈ ਹੀ ਹੈ, ਜਿਹੜਾ ਚੰਗਾ ਕੰਮ ਕਰੇਗਾ ਉਹਦੀ ਚਰਚਾ ਤੇ ਜ਼ਰੂਰ ਹੋਵੇਗੀ ਸੰਸਾਰ ਦੇ ਵਿੱਚ। ਪਰ ਉੱਥੇ ਹੁਣ ਉਹ ਆਦਮੀ ਜਿਹੜਾ ਹੈ, ਜੇ ਤਾਂ ਬਾਣੀ ਦੇ ਨਾਲ ਜੀ ਰਿਹਾ ਹੈ, ਜੇ ਤੇ ਬਾਣੀ ਨਾਲ ਜੀ ਰਿਹਾ ਤੇ ਉਹ ਕਰਮ ਦੇ ਨਾਲ, ਉਸ ਕੰਮ ਦੇ ਨਾਲ ਕਦੀ ਵੀ ਬਚਦਾ ਨਹੀਂ, ਉਹਦੇ ਤੋਂ ਵੱਖਰਾ ਹੋ ਜਾਂਦਾ। ਇਹ ਬੜਾ ਔਖਾ ਹੈ, ਬੜਾ ਕਠਿਨ ਹੈ। ਜੇ ਸੁਖਮਣੀ ਸਾਹਿਬ ਦੇ ਬਚਨ ਅੰਦਰ ਵਸੇ ਹੋਣਗੇ ਕਿ ਕਰਮ ਕਰਤ ਹੋਵੇ ਨੇਹ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ। ਇਹ ਧਰਮ ਦੇ ਨਾਲ ਨਿਰਮਲ ਸ਼ਬਦ ਕਿਉਂ ਕਹਿਣਾ ਪਿਆ? ਇਹਦੀ ਕੀ ਲੋੜ ਪੈ ਗਈ? ਧਰਮ ਤੇ ਹੁੰਦਾ ਹੀ ਨਿਰਮਲ। ਜਿਹੜਾ ਧਰਮ ਹੈ, ਧਰਮ ਦੇ ਨਾਲ ਨਿਰਮਲ ਸ਼ਬਦ ਕਿਉਂ ਲਾਉਣਾ ਪਿਆ? ਇਹ ਬੜਾ ਧਿਆਨ ਨਾਲ ਸੁਣਨਾ, ਕਿਉਂਕਿ ਆਪਾਂ ਇੱਥੇ ਬੈਠੇ ਹਾਂ, ਸਾਨੂੰ ਲੋਕ ਧਰਮੀ ਲੋਕ ਕਹਿੰਦੇ ਨੇ। ਧਰਮ ਦੇ ਨਾਲ ਤੇ ਨਾਮ ਦੇ ਨਾਲ ਨਿਰਮਲ ਸ਼ਬਦ ਕਿਉਂ ਲਾਉਣਾ ਪਿਆ? ਗੁਰੂ ਤੇਗ ਬਹਾਦਰ ਸਾਹਿਬ ਵੀ ਲਾਉਂਦੇ ਨੇ, ਉਪਜਿਓ ਨਿਰਮਲ ਨਾਮ। ਜਦੋਂ ਉਹ ਇਹ ਸ਼ਬਦ ਉਚਾਰਦੇ ਨੇ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸ਼ਰਾਮ, ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਗਿਆਨ ਵੀ ਨਿਰਮਲ, ਗਿਆਨ ਦੇ ਨਾਲ ਨਿਰਮਲ ਸ਼ਬਦ ਲਾਉਣਾ ਪਿਆ, ਗਿਆਨ ਦੇ ਨਾਲ ਵੀ ਨਿਰਮਲ ਸ਼ਬਦ ਲਾਉਣਾ ਪਿਆ, ਧਰਮ ਦੇ ਨਾਲ ਵੀ ਨਿਰਮਲ। ਇਹ ਕਿਉਂ ਹੈ? ਕਿਉਂਕਿ ਇਹ ਚੀਜ਼ਾਂ ਮੈਲੀਆਂ ਤਾਂ ਨਹੀਂ ਹੁੰਦੀਆਂ, ਪਰ ਕਈ ਵਾਰੀ ਅਸੀਂ ਇਹਨਾਂ ਨੂੰ ਥੋੜਾ ਜਿਹਾ ਕਰਕੇ ਆਪਣੇ ਅੰਦਰ ਮੈਲ ਪੈਦਾ ਕਰ ਲੈਂਦੇ ਹਾਂ ਕਿ ਮੈਂ ਕੀਤਾ ਹੈ। ਉਹ ਬੜੀ ਖਤਰਨਾਕ ਹੈ। ਅਜੇ ਮਹਾਰਾਜ ਕਹਿੰਦੇ ਨੇ ਕਿ ਜੇ ਸੋਕਾ ਲੱਗ ਜਾਏ, ਉਹਦੀ ਸੜੀ ਹੋਈ ਫਸਲ ਨੂੰ ਪਾਣੀ ਦਿਓ ਤੇ ਉਹ ਹਰੀ ਹੋ ਸਕਦੀ। ਉਹਦਾ ਉਪਾਅ ਹੈ, ਉਹਦਾ ਇੱਕ ਆਪਸ਼ਨ ਬਚਿਆ ਉਹਦਾ ਹਰੇ ਹੋਣ ਦਾ,
क्योंकि वो अजे पानी नाल हरी हो सकती है, पर हुण पानी विच डुब गई, उहनूं कौन हरी करेगा? पानी ने उहनूं गाल देना है। इत्थे बड़े सुचेत करते ने सतगुरु जी बाणी विच, ते गुरु ही इहदे तो सुचेत कर सकेगा, संसार ने नहीं करना, ना साडे नाल तुरदे धार्मिक बंदियां ने बहुता करना है, क्योंकि वो तुहाडे नाल प्रेम नहीं करते, वो तुहाडी उस्तत करी जाणगे, वो तुहानूं जगाउणगे नहीं ज्यादा। गुरु है जिहड़ा चोट उदों भी लाउंदा, जान बुझ के गुरु साहब कहंदे तूं ये की कर दिता है, थड़ा इस तरह बनाउणा सी। गुरु अमरदास जी कहंदे ने, गुरु रामदास महाराज जी का प्रकाश पुरब आ रहा है, तो मैं टूक मात्र गल कहांगा, थड़े बनाए, थड़े बनाउंदे रोज, ते महाराज गुरु अमरदास जी कहंदे होर बनाओ, होर बनाओ, होर बनांदे गए कई दिन। अखीरले दिन फिर एक दिन कह दिता गुरु अमरदास जी ने, जेठिया तेनू 20 साल हो गए सेवा करदे, 20 सालों में अजे तेनू थड़ा बनाने की जांच भी नहीं आई, जबकि थड़ा ठीक सी, क्योंकि वो सट सिर्फ गुरु मार सकता है। होएगी वो कौड़ी सट, होएगी कौड़ी, दूजा नहीं मारेगा। दूजा तो गलती वेख के भी चुप कर जाएगा, वो कहेगा मैनू की लोड़ है, सगों करन दिओ। बड़े घट लोग ने जिहड़े तुहानूं गल कह दिंदे ने सीधी, उदों कौड़ा जरूर लगेगा। इस करके मत समझना कि जो असी कर रहे हैं सारे लोग उन्होंने ठीक कही जा रहे हैं, तो ये कोई बड़ा लाभदायक हो जाएगा भी असी कोई चंगा काम कर रहे हैं, धर्म का कार्य कर रहे हैं, लोगों में उपमा हो रही होनी तो है, जरूर होनी चाहिए भी। जिहड़ा कर्म कोई करदा उहदी गल तां उसे तरह होनी चाहिए, पर उत्थे महाराज कहंदे भी ये तू फस सकना, इहदे विच अपना आप तेरा इहदे विच इत्थे तिलक सकदा है, रुक सकदा है। इस करके कहंदे ने कि कर्म करना भी है ते अकर्म भी होना है। इत्थे एक होर मैं बेनती करांगा, इत्थे ये नहीं कह रहे भी तू कर्म करना नहीं, करना है। कर्म तां ही अकर्म होवेगा ना, हंकार तां ही छड्डेगा, नहीं तां तू करदे ही नहीं ते फिर तेरा टेस्ट कित्थों होवेगा भी तू हंकारी नहीं हुंदा करके। जे कोई कहे मैं कर्म करना ही नहीं, कई लोग कहंदे ने असीं ते ये सारियां चीज़ां एवें जंजाल ने, नितनेम करना, पाठ करना, इहदे विच ते हंकार हो जांदा बंदे नूं। तां जदों तुसीं कोई कंध बनाउंदे नहीं तां टेढ़ी भी हो सकदी, पता लगेगा भी इन्हें टेढ़ी बनाई कि सीधी बनाई, ते जे बनाई ही नहीं कदी उहदा पता कित्थों लगे। कर्म करना जरूरी है बड़ा। गुरु अर्जन देव महाराज ये बाद विच कहंदे कि होवै नहीं कर्म, ये पंक्ति का अद्धा अगला हिस्सा है। अद्धी पंक्ति विच पहला कहंदे ने कर्म करत, तू करना है कर्म, कर्म कर, इहदे विच छाल मार, काम कर, विच तुरेगा तां ही पता लगेगा ना गलती कित्थे हुई है, पहली बारी थोड़ी है, शुरू करेगा। इस करके इनू अज सुचेत महाराज कहंदे ने, सोवत कहा मोह निंद्रा में, कल्ले पदार्थां दी निंद्रा विच नहीं तू सुता होया। हो सकता है तू कर्म भरम से चीनो, तू चंगे कर्मां दे भरम दी नींद विच भी सौ सकना है, पर इत्थे ये मैं नाल नाल कहांगा, इत्थे इहदा खंडन नहीं कर रहे कि तू चंगे कर्म नहीं करने, कर्म जरूर करने ने, पर ओदी नींद विच तू सौ सकना है। ये सतगुरु जगा सकते ने, होर नहीं कोई जगा सकता। वो चोट मार देणगे भी उठ के रहो, जाग के रहो, कबू सुचित होए जागो। इस तरह महाराज सच्चे पातशाह जी कहंदे कि कर्म करत होवै ने कर्म, तिस वैष्णु का निर्मल धर्म। एक धर्म निर्मल है, यदि मैं व्याख्या नहीं करांगा भी धर्म मैला हुंदा है, वो लुप्त। एक जिहड़ी विद्या है इहदे बहुत सारे पक्ष ने, कुछ शब्द ऐसे ने जिन्हां दे तुसी ओपनली अर्थ नहीं कर सकते, उहदे अर्थ हैं नो, जे तुसी अर्थ करदे हो ते अनर्थ हो जांदा। जिवें ये शब्द है निर्मल धर्म, इहदे जिहड़ा लुप्त एक लुकी हुई इहदे विच प्रणाली है अर्थां दी, वो दस रही है धर्म मैला हुंदा है, पर यह लफ्ज खतरनाक हो सकते हैं।
ਸ਼ਰਧਾ ਤੋੜ ਸਕਦੇ ਨੇ। ਇਸ ਕਰਕੇ ਸਿਰਫ ਅੱਧੀ ਵਿਆਖਿਆ ਕੀਤੀ ਜਾ ਸਕਦੀ ਹੈ। ਅੱਜ ਕੱਲ੍ਹ ਕੀ ਹੋਇਆ, ਅੱਜ ਕੱਲ੍ਹ ਲੋਕ ਪੜ੍ਹੇ ਨਹੀਂ ਧਰਮ ਨੂੰ, ਨਾ ਉਹ ਵਿਦਿਆਰਥੀ ਹੋਏ ਨੇ, ਨਾ ਉਹ ਕਿਸੇ ਦੇ ਕੋਲ ਬੈਠੇ ਨੇ, ਨਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਿਧਾਂਤ ਪਾਲਿਆ ਕਿ ਸੱਤੀ ਪਹਿਰੀ ਸੱਤ ਭਲਾ ਬਈਐ ਪੜ੍ਹਿਆ ਪਾਸ। ਉੱਥੇ ਪਾਪ ਪੁੰਨ ਵਿਚਾਰੀਐ ਕੂੜਾ ਘਟੈ ਰਸ। ਬੈਠੇ ਨਹੀਂ ਕਿਸੇ ਕੋਲ, ਸੰਗਤ ਕੀਤੀ ਨਹੀਂ। ਤੇ ਸੱਚੇ ਪਾਤਸ਼ਾਹ ਕਹਿੰਦੇ ਪੜ੍ਹ ਤੂੰ ਤਾਂ ਸਕਣਾ ਜੇ ਤੂੰ ਸੱਤ ਪੈਰ ਉਹਨਾਂ ਦੇ ਕੋਲ ਰਵੇਂ ਜੋ ਪੜ੍ਹੇ ਹੋਏ ਨੇ। ਸੱਤ ਪੈਰ ਕਿੰਨੇ ਬਣਦੇ? 24 ਘੰਟੇ, 21.5 ਘੰਟੇ। ਇੰਨਾ ਟਾਈਮ ਤੂੰ ਉੱਥੇ ਰਹੇਗਾ, 21.5 ਘੰਟੇ। ਭਾਈ ਲਹਿਣਾ ਜੀ ਰਹੇ ਨੇ ਗੁਰੂ ਨਾਨਕ ਸਾਹਿਬ ਦੇ ਕੋਲ 21.5 ਘੰਟੇ। ਨੀਂਦ ਵੀ ਕੰਧ ਨਾਲ ਹੀ ਆਉਂਦੀ ਸੀ, ਉੱਥੇ ਡਿੱਗ ਪੈਂਦੀ ਸੀ ਨਾਲ ਸਾਈਡ ਦੇ, ਤਾਂ ਪੜ੍ਹ ਸਕੇ ਨੇ ਉਹਨੂੰ। ਤੇ ਆਪਾਂ ਕਿੰਨਾ ਕੁ ਪੜ੍ਹੇ ਹਾਂ? ਆਪਾਂ ਤੇ ਆਪਣੇ ਡਰਾਇੰਗ ਰੂਮ ਵਿੱਚੋਂ ਬਾਹਰ ਵੀ ਨਹੀਂ ਨਿਕਲੇ। ਉੱਥੇ ਹੀ ਅੱਜ ਕੱਲ੍ਹ ਇੱਕ ਹੋਰ ਜਿਹੜੀ ਚੀਜ਼ ਲਾਭਦਾਇਕ ਵੀ ਸੀ, ਉਹਨੇ ਨੁਕਸਾਨ ਬੜਾ ਕਰ ਦਿੱਤਾ ਹੈ, ਬੜਾ ਨੁਕਸਾਨ ਕੀਤਾ ਕਿ ਸਾਰੀ ਵਿਦਿਆ ਸਾਡੇ ਛੋਟੇ ਜਿਹੇ ਮੋਬਾਈਲ ਵਿੱਚ, ਸਾਡੇ ਲੈਪਟਾਪ ਵਿੱਚ ਆ ਗਈ ਸੰਸਾਰ ਦੀ। ਇਹਨੇ ਬਹੁਤ ਵੱਡਾ ਨੁਕਸਾਨ ਕੀਤਾ ਦੁਨੀਆ ਦਾ। ਆਪ ਜੀ ਕਹੋਗੇ, ਕਹਿੰਦੇ ਹੁਣ ਤੇ ਸੌਖਾ ਹੀ ਬੜਾ ਹੋ ਗਿਆ, ਜਿੰਨਾ ਇਹਨੇ ਨੁਕਸਾਨ ਕੀਤਾ ਅੱਜ ਤੱਕ ਨੁਕਸਾਨ ਨਹੀਂ ਹੋਇਆ ਧਰਮ ਦਾ। ਉਹਦਾ ਕਾਰਨ ਕੀ ਹੈ? ਬੁੱਝਣ ਤੋਂ ਪਹਿਲਾਂ ਹੀ ਵਿਅਕਤੀ ਸਮਝ ਜਾਂਦਾ ਮੈਨੂੰ ਪਤਾ ਲੱਗ ਗਿਆ। ਇੱਕ ਪੜ੍ਹਨਾ ਹੈ, ਇੱਕ ਬੁੱਝਣਾ ਹੈ। ਪੜ੍ਹਿਆ ਨਾਹੀਂ ਭੇਦ, ਬੁੱਝਿਆ ਪਾਵਣਾ। ਤੇ ਬੁੱਝਿਆ ਤਾਂ ਜਾ ਸਕਦਾ ਜੇ ਤੁਸੀਂ ਬੋਡੀ ਸਿਸਟਮ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਰਹਿੰਦੇ ਹੋ। ਸਿੱਧੇ ਨਹੀਂ ਤੁਸੀਂ ਪੜ੍ਹ ਜੋ ਮਰਜ਼ੀ ਪੜ੍ਹੋ, ਲੋਕ ਪੜ੍ਹੀ ਜਾਂਦੇ। ਛੋਟੇ ਛੋਟੇ ਰੇਡੀਓ ਖੋਲੇ ਹੋਏ ਨੇ, ਉਹ ਆਪਣੇ 10 ਫੁੱਟ ਦਾ ਕਮਰਾ ਹੈ, ਉਹਦੇ ਵਿੱਚ ਹੀ ਆਪਣਾ ਚੰਗਾ ਸੈਂਟ ਲਾ ਕੇ ਗਿਆਨ ਝਾੜੀ ਜਾਂਦੇ ਲੋਕਾਂ ਤੇ। ਉਹਨਾਂ ਨੂੰ ਕੀ ਮਤਲਬ ਹੈ ਗਿਆਨ ਹੁੰਦਾ ਕੀ ਹੈ? ਉਹ ਪੜ੍ਹ ਰਹੇ ਨੇ। ਸਿਰਫ ਉਹ ਅਸਲ ਵਿੱਚ ਉਹੀ ਕਾਂਸ਼ੀ ਦੇ ਬ੍ਰਾਹਮਣ ਪੱਗ ਬੰਨ੍ਹ ਕੇ ਵਾਪਸ ਆ ਗਏ। ਪਹਿਲਾਂ ਉਹਨਾਂ ਕੋਲ ਧੋਤੀ ਸੀ, ਪਹਿਲਾਂ ਉਹਨਾਂ ਕੋਲ ਜਨੇਊ ਸੀ, ਤੇ ਹੁਣ ਉਹਨਾਂ ਨੇ ਸਾਡੇ ਵਿੱਚ ਸਾਡੇ ਵਾਲੇ ਕੱਪੜੇ ਪਾ ਲੈਣੇ। ਇਸ ਤਰ੍ਹਾਂ ਨਹੀਂ ਪੜ੍ਹਿਆ ਜਾ ਸਕਦਾ ਧਰਮ ਨੂੰ, ਤੇ ਬਿਲਕੁਲ ਹੀ ਨਹੀਂ। ਇੱਕ ਰਵਾਇਤ ਰਹੀ ਹੈ, ਲਿਖਤ ਮਜਬੂਰੀ ਹੋ ਗਈ ਕਿ ਧਰਮ ਨੂੰ, ਗਿਆਨ ਨੂੰ ਕਿਤੇ ਲਿਖਣਾ ਪਿਆ। ਲਿਖਣਾ ਵੀ ਖਤਰਾ ਸੀ। ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸ ਦੇਣਾ ਕਿ ਬੜੇ ਪੁਰਾਣੇ ਸਮੇਂ ਦੇ ਵਿੱਚ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ, ਗਿਆਨ ਕਿਤੇ ਲਿਖਿਆ ਨਹੀਂ ਸੀ ਜਾਂਦਾ। ਉਹ ਗਿਆਨ ਮਨੁੱਖ ਤੋਂ ਮਨੁੱਖ ਨੂੰ ਪਾਸ ਹੁੰਦਾ ਸੀ। ਆਪਾਂ ਕਈ ਵਾਰੀ ਕਹਿ ਤੇ ਦਿੰਦੇ ਹਾਂ ਵੀ ਵੇਦ ਇੰਨਾ ਚਿਰ ਬਾਅਦ ਲਿਖੇ ਗਏ ਨੇ। ਉਹਦਾ ਕਾਰਨ ਇਹ ਸੀ ਕਿਉਂਕਿ ਉਹ ਗਿਆਨ ਸੁਣਾਇਆ ਹੀ ਉਹਨੂੰ ਜਾਂਦਾ ਸੀ ਜੋ ਪਹਿਲਾਂ ਉਹਦਾ ਅਧਿਕਾਰੀ ਹੋ ਜਾਂਦਾ ਸੀ ਕਿ ਇਹਦੀ ਗਲਤ ਵਰਤੋਂ ਨਾ ਕਰੇਗਾ। ਉਹਨੂੰ ਓਪਨ ਨਹੀਂ ਸੀ ਕੀਤਾ ਜਾਂਦਾ, ਖੁੱਲੇ ਨਹੀਂ ਸੀ ਕੀਤਾ ਜਾਂਦਾ, ਕਿਉਂਕਿ ਉਹ ਬੰਦਾ ਜੋ ਉਹਦੇ ਯੋਗ ਹੋਏ ਹੀ ਨਹੀਂ। ਉਹ ਬੜਾ ਪੁਰਾਣਾ ਸਮਾਂ ਸੀ। ਪੁਰਾਣਾ ਜਿਹੜਾ ਗਿਆਨ ਹੈ, ਪੁਰਾਣਾ ਗਿਆਨ ਅਸਲ ਵਿੱਚ ਆਕਾਸ਼ ਵਿੱਚ ਹੀ ਛਾਪ ਦਿੱਤਾ ਜਾਂਦਾ ਸੀ, ਜਿਹਨੂੰ ਆਕਾਸ਼ ਬਾਣੀ ਕਹਿੰਦੇ ਸਨ। ਵੀ ਇਹਨੂੰ ਆਕਾਸ਼ ਬਾਣੀ ਹੋਈ। ਮੁਹੰਮਦ ਸਾਹਿਬ ਨੂੰ ਕੀ ਹੈ? ਕੁਰਾਨ ਕਿੱਥੋਂ ਆਈ ਹੈ? ਕੁਰਾਨ ਜਿਹੜਾ ਹੈ, ਚਲੋ ਮੈਂ ਜ਼ਿਆਦਾ ਨਹੀਂ ਜਾਣਦਾ ਉਸ ਧਰਮ ਬਾਰੇ, ਪਰ ਜਿੰਨਾ ਜਿੱਥੋਂ ਮੈਂ ਪੜ੍ਹਿਆ ਹੈ, ਮੁਹੰਮਦ ਸਾਹਿਬ ਪੜ੍ਹੇ ਹੋਏ ਨਹੀਂ ਸਨ। ਉਹਨਾਂ ਨੂੰ ਸਾਹਮਣੇ ਕਾਗਜ਼ ਤੇ ਲਿਖੇ ਹੋਏ 4 ਅੱਖਰ ਵੀ ਪੜ੍ਹਨੇ ਨਹੀਂ ਸੀ ਆਉਂਦੇ। ਫਿਰ ਇਹ ਕਿੱਥੋਂ ਆ ਗਿਆ? ਸਿੱਧੇ ਸਾਦੇ ਘਰ ਵਿੱਚ ਰਹਿੰਦੇ ਸੀ, ਘਰ ਵਾਲੀ ਸੀ, ਤਾਂ ਉਹਨੇ ਸਭ ਤੋਂ ਪਹਿਲਾਂ ਆਪਣੀ ਘਰ ਵਾਲੀ ਨੂੰ ਕਿਹਾ ਵੀ ਮੈਨੂੰ ਕੋਈ ਆਵਾਜ਼ ਲਗਾਤਾਰ ਪ੍ਰੇਰਿਤ ਕਰ ਰਹੀ ਕੁਝ ਬੋਲਣ ਵਾਸਤੇ। ਉਹ ਕਹਿੰਦੀ ਵੀ ਪਤਾ ਨਹੀਂ ਕੀ ਕਹਿ ਰਹੇ ਨੇ ਕੀ ਨਹੀਂ। ਕਈ ਵਾਰੀ ਉਹਨਾਂ ਦਾ ਸਿਰ ਦਰਦ, ਸਰੀਰ ਵਿੱਚ ਦਰਦ ਰਹਿਣੀ, ਕਿਉਂਕਿ ਇਹ ਵੀ ਇੱਕ ਗਿਆਨ ਜਿਹੜਾ ਹੈ ਜੋ ਅਗੰਮੀ, ਜਿਹਨੂੰ ਗਿਆਨ ਗੁਰੂ ਕਿਹਾ ਗਿਆ ਹੈ। ਹੁਣ ਤਾਂ ਗਿਆਨ ਅਸੀਂ ਅੱਖਰਾਂ ਨੂੰ ਕਹਿਣ ਲੱਗ ਪਏ ਸਿਰਫ। ਉਹ ਕਿਸੇ ਸਰੀਰ ਦੇ ਰਾਹੀਂ ਆਪਣਾ ਪ੍ਰਸਾਰਣ ਕਰਦਾ ਲੋਕਾਂ ਦੇ ਸਾਹਮਣੇ। ਉਹ ਹੋਇਆ ਉਹਨਾਂ ਦੇ ਨਾਲ। ਤਾਂ ਫਿਰ ਜਦੋਂ ਅਖੀਰ ਤੇ ਜਿੱਥੋਂ ਕੁਰਾਨ ਸ਼ੁਰੂ ਹੋਈ, ਘਰ ਤੋਂ ਚਲੇ ਗਏ ਬਾਹਰ, ਇੱਕ ਪਹਾੜ ਸੀ, ਪਹਿਲੀਆਂ ਆਇਤਾਂ ਉੱਥੇ ਸ਼ੁਰੂ ਹੋਈਆਂ, ਉਹਨਾਂ ਦੇ ਰਸਨਾਂ ਤੋਂ ਪ੍ਰਗਟ ਹੋਈਆਂ। ਉਹਨਾਂ ਨੇ ਕਿਹਾ ਪੜ੍ਹਨਾ ਮੈਨੂੰ ਨਹੀਂ ਆਉਂਦਾ,
पर वेखना मैनूं आउंदा है। ये बड़े कमाल की गल है। वो कहते मैं वेख रहा, जो कुछ मैं बोलांगा उन्होंने मैं वेख रहा सामने भी ये ज्ञान है। फिर उन्होंने बोलिया। इस तरह फिर सारी कुरान, बड़े ग्रंथ ते सतगुरु भी यही गल कहते हैं। ठीक है, उहदे विच फर्क पै गया कि कुरान नूं गुरु नहीं कह सके। ये थोड़ा जिहा फर्क है। गुरु साहब ने उस भाषा नूं इन्ना तसीर नाल भर दिता, गुरमुखी जिन्हों क्या गुरु दे मूँह तो निकली हुई उहदी तसीर इन्नी वध गई कि उन्होंने गुरु कह दिता, उहदे अगे सिर झुका दिता। और गुरु कहण दा मतलब भी ये सी, बहुत सारा ज़्यादा। गुरबाणी ते पहला भी गुरु सी, जदों 10 शरीर पहला गुरु नानक साहब सन, गुरबाणी उदों भी गुरु सी। क्योंकि गुरु गुरबाणी नूं गुरु बना के गुरु ग्रंथ साहब जी दे उत्ते छतर चबर ते महाराज दा तख्त ला के एक बहुत वड्डा काम कीता गुरु गोबिंद सिंह महाराज ने। क्योंकि वो ज्ञान सुरक्षित हो जाता है, जिहड़ा लोकां दीयां नज़रां विच आ जांदा ते जिन्हों लोग चुकन लग पैंदे ने। जिहड़ा ज्ञान थोड़ा जिहा पासे हो गया उहदे विच मिलावट होएगी। ये क्यों कीता है? गुरु ग्रंथ साहब नूं गद्दी ते बिठाउण दा ही मतलब भी ये सी, बहुत सारा होर भी है कि इहदे विच कोई फेर बदल नहीं कर सकेगा। क्योंकि मनुख दी अख दे सामने में अज कोई भी एक बंदा फेर बदल करेगा तो उस वेले खबर लग जानी सारे। इस करके वो दात जिहड़ी है कर्म करदियां जदों निकर्म महाराज कहंदे मन जाग पैंदा जिदा, ते फिर वो कर्म भरम से चीनो। वो सिर्फ धर्म के कर्मां दे विच ही नहीं सौंदा। नींद दो तरह की है, एक पदार्थां दे विच फस के मन दा सौ जाना, एक झूठे ज्ञान विच फस के सौ जाना, झूठी शोहरत विच फस के सौ जाना सब तो ज़्यादा सुहांदी। सब तो मिठी चीज़ सब तो ज़्यादा नुकसान करदी। अजे निंदिया इन्ना नुकसान नहीं करदी। ठीक है, चाहता तो हर एक उस ते मनदी है। ये भी एक उस वैगुरू अकाल पुरख जिहड़ा है उहदी अंश होने करके मनुख विच भी ये दलील छुपी हुई मेरी उस्तत होनी चाहिए, क्योंकि वह भी वडियाई नाल खुश हुंदा है। इस करके महाराज कहंदे ने तू उस कलगीधर पातशाह दे विच कह रहे ने अपने सिख नूं जगा रहे ने, हर एक पक्ष तो जगा रहे ने। एक एक अखर सानू सुचेत कर रहा भी किते वो सिखी का जिहड़ा बड़ा महान हीरा है किते मेरे सिख तो ओले ना रह जाए। कलगीधर पातशाह हर एक पड़दा उहदे तो चुकी जा रहे हैं। कहते केवल कर्म भरम से चीनो धर्म कर्म अनुरागो। तू कर्म वो कर जिन्हां दे विच धर्म होवे। धर्म दा मतलब जिहदे विच नाम होवे, जिहदे विच तेरा अंदरला रस होवे। नहीं तां कल्ले कर्म जिहड़े ने वो तेनू सवा देणगे, तू उन्हां विच सौ जाएगा, उन्हां विच फस जाएगा। किन्ने कर्म गिने ने महाराज ने, किन्ने लोग कर्म कर रहे ने। सवैये पढ़ो उन्हां दे किन्ने कर्म गिनते हैं जिन्हां विच लोग धार्मिक भी सुते रहे। कुछ लोग भरम विच पै गए जिहड़े इन्ना जागत जोत महाराज कहंदे जपै निस्बासर एक बिना मन नैक न आनै। पूर्ण प्रेम प्रतीत सजै व्रत गोर मड़ी मठ भूल न मन। कोई तो इन्हां विच सौ गए कि कोई पशुआं नूं पूज रहा है, कोई मरियां नूं पूज रहा है, को बुतान को पूजत है बस, को मृतान को पूजन तायो, कूर किरिया पुरजियो सब ही जग। ਉਹ ਕੰਮਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਆਪਣੇ ਸਿੱਖ ਦਾ ਇੰਨਾ ਖਿਆਲ ਰੱਖ ਰਹੇ ਨੇ ਵੀ ਮੇਰਾ ਸਿੱਖ ਕਿਤੇ ਆਪਣਾ ਟਾਈਮ ਨਾ ਖਰਾਬ ਕਰ ਲਵੇ। ਇੱਕ ਤਾਂ ਉਮਰ ਬੜੀ ਛੋਟੀ ਹੈ, 50 60 70 ਸਾਲ ਤੋਂ ਅੱਗੇ ਕੀ ਕੁਝ ਵੀ ਨਹੀਂ। ਇਸ ਕਰਕੇ ਕਿਤੇ ਟਾਈਮ ਨਾ ਖਰਾਬ ਕਰੀ ਜਾਏ। ਬੜਾ ਕੀਮਤੀ ਟਾਈਮ ਹੈ ਮਨੁੱਖੀ ਜੀਵਨ ਦਾ, ਇਹਦੇ ਵਿੱਚ ਐਵੇਂ ਭਰਮੀ ਜਾਏਗਾ। कोई मंदिर विच भरमी जाता, कोई मस्जिद कोई गुरुद्वारे विच भी भरम आई जाए जाई जाए। उस चीज़ का तत्त ना लवे तो फस सकता है। कर्म करत नहीं कर्म नहीं होया, उहदे विच सौ गया मन, नींद आ गई। इस करके महाराज सच्चे पातशाह जी जगान की कोशिश करते हैं संसार नूं जिहड़ियां झूठियां क्रियावां दे विच जो नामहीन हन, जिन्हां दे विच बंदगी नहीं, जिन्हां दे विच अध्यात्मवाद नहीं है, परमार्थ नहीं है, रस नहीं है,
ਉਹਨਾਂ ਵਿੱਚ ਸੰਸਾਰ ਫਸਿਆ। ਮਹਾਰਾਜ ਇਸ ਤਰ੍ਹਾਂ ਉਚਾਰਨ ਕਰਦੇ, ਪੜ੍ਹੀਏ ਇੱਕ ਵਾਰੀ ਸਾਰੇ ਪਿਆਰ ਨਾਲ। ਕੂਰ ਕਿਰਿਆ ਉਰਜੋ ਸਭ ਹੀ ਜਗ, ਕੂਰ ਕਿਰਿਆ ਉਰਜੋ ਸਭ ਹੀ ਜਗ, ਕੂਰ ਕਿਰਿਆ ਉਰਜੋ। ਕੂਰ ਕਿਰਿਆ ਉਰਜੋ ਸਭ ਹੀ ਜਗ, ਕੂਰ ਕਿਰਿਆ ਉਰਜੋ ਸਭ ਹੀ ਜਗ। श्री भगवान को भेद न पायो, श्री भगवान को भेद न पायो, श्री भगवान को। श्री भगवान को भेद न पायो, श्री भगवान को भेद न पायो, श्री भगवान को। ਤਾਂ ਸਤਿਗੁਰੂ ਸੁਚੇਤ ਕਰ ਰਹੇ ਨੇ ਕਿ ਕਿਤੇ ਮਨ ਦੀ ਨੀਂਦ ਵਿੱਚ ਤੇ ਤਨ ਦੀ ਨੀਂਦ ਵਿੱਚ ਸੁੱਤਿਆਂ ਜੀਵਨ ਬਸਰ ਨਾ ਹੋ ਜਾਏ। ਇਸ ਕਰਕੇ ਸ਼ਬਦ ਵਿੱਚ ਕਹਿ ਰਹੇ ਨੇ, ਰਾਮ ਕਲੀ ਪਾਤਸ਼ਾਹੀ ਦਸਵੀਂ, ਰਾਮ ਕਲੀ ਰਾਗ ਵਿੱਚ। ਪ੍ਰਾਣੀ ਪਰਮ ਪੁਰਖ ਪਗ ਲਾਗੋ, ਪਗ ਦਾ ਅਰਥ ਹੈ ਪੈਰ। ਇਹ ਪ੍ਰਾਣੀ ਪਰਮ ਪੁਰਖ, ਉੱਚੇ ਪੁਰਖ, ਪੁਰਖ ਦਾ ਅਰਥ ਹੈ ਸਮਾਇਆ ਹੋਇਆ। ਪੁਰਖ ਦਾ ਅਰਥ ਆਦਮੀ ਨਹੀਂ ਹੈ। ਪੁਰਖ ਪੂਰਿਆ ਹੋਇਆ, ਭਰਿਆ ਹੋਇਆ ਸਾਰਿਆਂ ਦੇ ਵਿੱਚ, ਉਹਦੇ ਚਰਨਾਂ ਨਾਲ ਲੱਗੋ। ਹੁਣ ਜਿਹੜਾ ਪੁਰਖ ਹੀ ਨਹੀਂ, ਉਹਦੇ ਚਰਨਾਂ ਨਾਲ ਕਿਵੇਂ ਲੱਗੀ? ਚਰਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਮਲ ਸ਼ਬਦ ਬਹੁਤ ਵਾਰੀ ਆਇਆ ਹੈ। ਉਹ ਇਹਦੇ ਇਸ ਹੱਲ ਨੂੰ ਕਰਦਾ ਹੈ ਕਿ ਰੱਬ ਦੇ ਚਰਨ ਕਿਹੜੇ ਨੇ, ਕਿਉਂਕਿ ਤੇ ਸਰੀਰ ਧਾਰੀ ਆਏ ਨਹੀਂ। ਬਾਣੀ ਵਿੱਚ ਵਾਰ-ਵਾਰ ਤੁਸੀਂ ਪੜੋਗੇ, ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਮੇਰੇ ਸਤਿਗੁਰ ਦੀਨ ਦਇਆਲਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਕਮਲ ਸ਼ਬਦ ਉਹਦਾ ਹੱਲ ਕਰਦਾ ਹੈ ਕਿ ਚਰਨ ਕੀ ਨੇ। ਕਮਲ ਕੀ ਹੈ? ਕਮਲ ਦਾ ਫੁੱਲ ਹੁੰਦਾ ਹੈ, ਕਮਲ ਦਾ ਫੁੱਲ ਹੈ। ਚਰਨ ਕੀ ਹੈ? ਚਰਨ ਗੁਰੂ ਕਾ ਉਪਦੇਸ਼, ਉਹ ਉਪਦੇਸ਼ ਜੋ ਮਨੁੱਖੀ ਜੀਵਨ ਨੂੰ ਕਮਲ ਵਰਗਾ ਕਰ ਦਿੰਦਾ ਹੈ। ਕਮਲ ਦਾ ਕੀ ਗੁਣ ਹੈ? ਕਮਲ ਦਾ ਕੀ ਅਰਥ ਹੈ? ਕਮਲ ਦਾ ਮਤਲਬ ਹੈ ਜਿਹਦੀ ਜੜ ਚਿੱਕੜ ਵਿੱਚ ਹੁੰਦੀ ਹੈ, ਜਿਹਦਾ ਸਿਰ ਆਕਾਸ਼ ਵਿੱਚ ਹੁੰਦਾ ਹੈ। ਚਰਨ ਕਮਲ ਤਾਂ ਕਿਹਾ ਜਿਸ ਦੇ ਅੰਦਰ ਗੁਰਬਾਣੀ ਵਸ ਗਈ, ਗੁਰੂ ਕਾ ਸ਼ਬਦ ਟਿਕ ਗਿਆ, ਉਹ ਕਮਲ ਦੇ ਫੁੱਲ ਵਰਗਾ ਹੋ ਗਿਆ। ਕਮਲ ਦਾ ਫੁੱਲ ਕੀ ਕਰਦਾ ਹੈ? ਉਹ ਭਿੱਜਦਾ ਨਹੀਂ। ਪਾਣੀ ਡੋਲੋ, ਪਾਣੀ ਤਿਲਕ ਜਾਂਦਾ ਉਹਦੇ ਉੱਤੇ। ਕਮਲ ਦਾ ਫੁੱਲ ਕਦੀ ਮਿਲੇ? ਜਿਹੜੀ ਫੁੱਲ ਚੜਾਉਣ ਦੀ ਪਰੰਪਰਾ ਚੱਲੀ ਸੀ ਨਾ ਧਾਰਮਿਕ ਸਥਾਨਾਂ ਤੇ, ਉਹਦੇ ਕਾਰਨ ਇਹ ਸਨ। ਚੀਜ਼ਾਂ ਸਾਰੀਆਂ ਪ੍ਰਤੀਕ ਸਨ, ਇਸ਼ਾਰੇ ਕਰਦੀਆਂ ਸਨ। ਹੋਇਆ ਕੀ ਏ? ਅੱਧਿਆਂ ਨੇ ਖੰਡਨ ਕਰਨਾ ਸ਼ੁਰੂ ਕਰ ਦਿੱਤਾ, ਅੱਧਿਆਂ ਨੇ ਕਿਹਾ ਆ ਹੀ ਰੱਬ ਹੈ। ਸਾਰੇ ਪ੍ਰਤੀਕ ਨੇ। ਫੁੱਲ ਚੜਾਉਂਦੇ ਸੀ ਲੋਕ। ਹੁਣ ਫੁੱਲਾਂ ਚੜਾਉਣ ਵਾਲਿਆਂ ਨੇ ਸੋਚ ਲਿਆ ਵੀ ਫੁੱਲ ਚੜਾਉਣਾ ਹੀ ਧਰਮ ਹੈ, ਤੇ ਕਬੀਰ ਸਾਹਿਬ ਨੂੰ ਬੋਲਣਾ ਪਿਆ ਕਿ ਭੂਲੀ ਮਾਲਣੀ ਹੈ ਇਹ ਉਹ ਸਤਿਗੁਰ ਜਾਗਤਾ ਹੈ। ਦੇਵ ਨੂੰ ਪਤਾ ਨਹੀਂ ਫੁੱਲ ਕਿਉਂ ਚੜਾ ਰਹੀ ਹੈ, ਪਰ ਫੁੱਲ ਦਾ ਖੰਡਨ ਨਹੀਂ ਕੀਤਾ। ਤੁਸੀਂ ਖੰਡਨ ਨਹੀਂ ਕਰ ਸਕਦੇ। ਬੜੇ ਲੋਕ ਫੁੱਲਾਂ ਦਾ ਖੰਡਨ ਕਰਦੇ ਨੇ, ਤੇ ਕਿੱਥੇ ਕਰੋਗੇ ਫਿਰ? ਗੁਰੂ ਗ੍ਰੰਥ ਸਾਹਿਬ ਅੱਗੇ ਰੱਖੇ ਉਹਦਾ ਵੀ ਖੰਡਨ ਕਰਦੇ ਨੇ। ਫਿਰ ਝਗੜਾ ਸ਼ੁਰੂ ਹੋ ਗਿਆ। ਫੁੱਲ ਦਾ ਮਤਲਬ ਨਹੀਂ ਹੈ, ਖੰਡਨ ਦਾ ਮਤਲਬ ਨਹੀਂ। ਫੁੱਲ ਦਾ ਅਰਥ ਕੀ ਹੈ? ਜਦੋਂ ਫੁੱਲ ਲੈ ਕੇ ਚੜਾਉਂਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾਂ ਕਿਤੇ ਵੀ ਚੜਾਉਂਦਾ ਹੈ, ਉਹਦਾ ਮਤਲਬ, ਉਹਦੀ ਪੂਜਾ ਦਾ ਅਰਥ ਕੀ ਹੈ? ਉਹਦੀ ਪੂਜਾ ਦਾ ਮਤਲਬ ਹੈ ਸਤਿਗੁਰੂ ਮੈਨੂੰ ਇਸ ਕਮਲ ਵਰਗਾ ਕਰ ਦਿਓ। ਜਿਵੇਂ ਇਸ ਕਮਲ ਦੇ ਉੱਤੇ ਪਾਣੀ ਪਾਈਏ ਤੇ ਪਾਣੀ ਨਾਲੇ ਭਿੱਜਦਾ ਨਹੀਂ, ਪਾਣੀ ਇਹਦੇ ਤੋਂ ਤਿਲਕ ਕੇ ਡਿੱਗ ਪੈਂਦਾ ਹੈ। ਇਸੇ ਤਰ੍ਹਾਂ ਮੇਰੇ ਉੱਤੇ ਸੰਸਾਰ ਦੀ ਮਾਇਆ ਦਾ ਅਸਰ ਨਾ ਹੋਵੇ, ਮੇਰਾ ਮਨ ਕਮਲ ਦੇ ਫੁੱਲ ਵਰਗਾ ਹੋ ਜਾਵੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਫੁੱਲ ਤਾਂ ਚੜਾਏ ਜਾਂਦੇ ਸੀ, ਚੀਜ਼ਾਂ ਤੇ ਸਮਝਣ ਵਾਸਤੇ ਸਨ। ਪਰ ਜਿਹੜੇ ਆਪਾਂ ਚੜਾਉਂਦੇ ਆ, ਆਪਾਂ ਫੁੱਲਾਂ ਨਾਲ ਲੱਗ ਗਏ। ਜਿਨ੍ਹਾਂ ਨੇ ਕਥਾ ਹੀ ਇਹ ਕਰਨੀ ਹੈ ਵੀ ਹੁਣ ਅੱਜ ਕਿਹੜਾ ਮਸਲਾ ਲੱਭਣਾ, ਜਾਂ ਅਖਬਾਰ ਦੇ ਵਿੱਚੋਂ ਭਾਰਤ ਪਾਕਿਸਤਾਨ ਦੀ ਜੰਗ ਹੀ ਸੁਣਾਉਣੀ, ਹੁਣ ਬਹੁਤ ਵਧੀਆ ਕੋਈ ਨਾ ਕੋਈ ਲੱਭ ਗਿਆ। ਗੁਰਬਾਣੀ ਤੇ ਨਾ ਪੜ੍ਹਨੀ ਪੈ, ਕੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਪੜ੍ਹਨ ਦੀ? ਚੁੱਕੋ ਅਖਬਾਰ ਤੇ ਆਪਣਾ ਮੋਬਾਈਲ ਖੋਲੋ ਤੇ
ਉਹ ਪਾਕਿਸਤਾਨ ਦੀ ਫੌਜ ਇੱਥੇ ਆ ਗਈ ਤੇ ਭਾਰਤ ਦੀ ਇੱਥੇ, ਤੇ ਜਾਂ ਤੇ ਉੱਥੇ ਜਾ ਕੇ ਖਲੋਵੋ ਵਿੱਚ। ਇੱਥੇ ਕੀ ਮਤਲਬ ਹੈ ਉਹਦਾ? ਇੱਥੇ ਉਹਦਾ ਅਰਥ ਕੀ ਬਣਦਾ ਹੈ? ਤਾਂ ਜੇ ਅਸੀਂ ਨੇੜੇ ਆ ਗਏ, ਬਾਣੀ ਦੇ ਵਿੱਚ ਆ ਗਏ, ਤਾਂ ਸਾਰੀਆਂ ਚੀਜ਼ਾਂ ਦੇ ਹੱਲ ਕੀਤੇ ਜਾ ਸਕਦੇ ਨੇ। ਜਲ ਦਾ ਹੱਲ ਕੀਤਾ ਜਾ ਸਕਦਾ ਹੈ। ਜੇ ਕਿਤੇ ਦੀਵਾ ਜਗ ਰਿਹਾ, ਉਹਦਾ ਵੀ ਕੋਈ ਅਰਥ ਸੀ। ਦੀਵਾ ਗੁਰੂ ਨਹੀਂ ਸੀ। ਦੀਵੇ ਨੂੰ ਮੱਥਾ ਨਹੀਂ ਟੇਕਣਾ ਸਿੱਖ ਨੇ। ਉਹ ਇੱਕ ਇਸ਼ਾਰਾ ਕਰ ਰਹੀ ਵੀ ਜੋਤ ਜਿਹੜਾ ਅੱਗ ਜਿਹੜੀ ਨਾ, ਅਗਨੀ ਜਿਹੜੀ ਹੈ, ਉਹ ਇੱਕ ਵਿਆਖਿਆ ਕਰ ਰਹੀ ਹੈ। ਵਿਆਖਿਆ ਕੀ ਕਰ ਰਹੀ ਹੈ? ਦੀਵੇ ਨੂੰ ਤੁਸੀਂ ਮੈਲੇ ਥਾਂ ਤੇ ਜਗਾ ਦਿਓ, ਉਸ ਦੀਵੇ ਨੂੰ ਮੈਲ ਨਹੀਂ ਲੱਗੇਗੀ। ਆਲੇ ਦੁਆਲੇ ਦੀਵਾ ਜਗਾਓ, ਅੱਗ ਕਦੀ ਮੈਲੀ ਹੁੰਦੀ? ਕਿੰਨੀ ਮਿੱਟੀ ਉੱਡ ਰਹੀ ਹੈ, ਦੀਵੇ ਨੂੰ ਨਹੀਂ ਲੱਗ ਸਕਦੀ। ਉਹ ਦੀਵਾ ਮੈਲਾ ਨਹੀਂ ਹੋ ਸਕਦਾ, ਉਹਦੀ ਅਗਨੀ ਮੈਲੀ ਨਹੀਂ ਹੋ ਸਕਦੀ। ਉਹ ਨਿਰਮੈਲ ਹੈ, ਨਿਰਮਲ। ਇਹ ਆਰਤੀ ਵੀ ਉਹਨਾਂ ਨੇ ਤਾਂ ਸ਼ੁਰੂ ਕੀਤੀ ਸੀ, ਬਾਅਦ ਵਿੱਚ ਉੱਥੇ ਫਸ ਗਿਆ ਲੋਕ ਦੀਵਿਆਂ ਵਿੱਚ, ਆਰਤੀ ਵਿੱਚ। ਇਹ ਵੀ ਤਾਂ ਸੀ ਕਿ ਮਨੁੱਖ ਦੇ ਅੰਦਰ ਇੱਕ ਐਸੀ ਜੋਤ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਿੱਦਣ ਉਹ ਜਗ ਪੈ, ਮਨੁੱਖ ਦੁਨੀਆ ਦੀ ਮੈਲ ਨਾਲ ਮੈਲਾ ਨਹੀਂ ਹੋ ਸਕਦਾ, ਫਿਰ ਉਹਦੇ ਤੱਕ ਮੈਲ ਨਹੀਂ ਜਾਂਦੀ। ਅਰਥ ਇਹ ਸੀ ਇਹਦਾ। ਪਰ ਹੁਣ ਆਪਾਂ ਅੱਧਿਆਂ ਨੂੰ ਮੌਕਾ ਮਿਲ ਗਿਆ ਵੀ ਕੋਈ ਮਸਲਾ ਲੱਭੋ, ਖੰਡਨ ਕਿਹਦਾ ਕਰਨਾ। ਦੂਜੇ ਆਪਾਂ ਗਏ, ਹੁਕਮਨਾਮਾ ਭਾਵੇਂ ਪੜ੍ਹਿਆ ਨਹੀਂ ਪੜ੍ਹਿਆ, ਉੱਤੇ ਜੋਤ ਦੇ ਇੰਜ ਕਰਕੇ ਹੱਥ ਜਿਹਾ ਫੇਰਿਆ, ਮੂੰਹ ਤੇ ਮਲਿਆ ਤੇ ਕੰਮ ਸਰ ਗਿਆ। ਇਹਨੂੰ ਮਹਾਰਾਜ ਕਹਿੰਦੇ ਸਾਰੀ ਦੁਨੀਆ ਇਸ ਤਰ੍ਹਾਂ ਫਸੀ ਪਈ ਹੈ। ਇੱਥੋਂ ਜਗਾ ਰਹੇ ਨੇ ਕਲਗੀਧਰ ਪਾਤਸ਼ਾਹ ਕਿ ਤੂੰ ਜਾਗ, ਉਸ ਚੀਜ਼ ਨੂੰ ਵੇਖ ਜਿਹੜੀ ਤੇਰੇ ਅੰਦਰ ਹੈ। ਤਾਂ ਮਹਾਰਾਜ ਸ਼ੁਰੂ ਕਰਦੇ ਨੇ, ਤੂੰ ਉਹਦੇ ਪੱਗ ਦਾ ਅਰਥ ਪੈਰ, ਪੈਰ ਚਰਨ ਸ਼ਬਦ ਜਿਹੜਾ ਹੈ, ਚਰਨ ਕਮਲ, ਕਮਲ ਵਰਗਾ ਉਪਦੇਸ਼ ਸੁਣ ਤੂੰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹੜਾ ਤੇਰੇ ਜੀਵਨ ਨੂੰ ਕਮਲ ਵਰਗਾ ਬਣਾ ਦੇਗਾ, ਫੁੱਲ ਵਰਗਾ ਬਣਾ ਦੇਗਾ, ਸੁਗੰਧੀ ਆਏਗੀ। ਤਾਂ ਉਹ ਚਰਨ ਸ਼ਬਦ ਜਿਹੜਾ ਆ ਚਰਨ ਤੋਂ ਬਣਿਆ ਹੈ। ਆ ਚਰਨ ਦਾ ਮਤਲਬ ਕਰੈਕਟਰ ਹੈ, ਗੁਰੂ ਦੀ ਹੋਂਦ। ਉਹਨੂੰ ਜੀਵਨ ਵਿੱਚ ਧਾਰਨ ਕਰ, ਗੁਰੂ ਦੇ ਚਰਨਾਂ ਨਾਲ ਜੁੜ। ਬਾਹਰੋਂ ਵੀ ਮੱਥਾ ਟੇਕਣਾ ਹੈ, ਗਿਆਨ ਵਿੱਚ ਸੁੱਕ ਨਾ ਜਾਣਾ ਕਿਤੇ ਬਿਲਕੁਲ। ਵੇ ਤੇ ਚਰਨ ਬਾਣੀ ਸੁਣਨੀ ਇਕੱਲੀ, ਹੁਣ ਮੱਥਾ ਟੇਕਣ ਦੀ ਲੋੜ ਨਹੀਂ। ਮੈਂ ਨਾਲ ਕਹਿ ਦਿਆਂ, ਕਿਉਂਕਿ ਅੱਜ ਕੱਲ੍ਹ ਇਹ ਵੀ ਬੜਾ ਗਿਆਨ ਚੱਲਦਾ। ਹੁਣ ਪਹਿਲਾਂ ਅੱਜ ਤੋਂ 20-30 ਸਾਲ ਕਥਾ ਕਰਨੀ ਬੜੀ ਸੌਖੀ ਸੀ। ਹੁਣ ਤੇ ਇੱਕ ਗੱਲ ਨੂੰ ਕਹੋ ਤੇ 20 ਸਪੋਰਟਾਂ ਦੇਣੀਆਂ ਪੈਂਦੀਆਂ ਨਾਲ, ਕਿਉਂਕਿ ਉਹਦੇ ਨਾਲ ਖੰਡਨ ਕੀਤੇ ਹੋਏ ਨੇ ਸਾਰੀਆਂ ਚੀਜ਼ਾਂ ਦੇ। ਇਹਦੀ ਲੋੜ ਨਹੀਂ ਸੀ ਇਸ ਗਿਆਨ ਦੀ। 98% ਮਨੁੱਖ ਨੂੰ ਇੰਨੇ ਗਿਆਨ ਦੀ ਕੋਈ ਲੋੜ ਨਹੀਂ ਹੁੰਦੀ। 2% ਉਹਨਾਂ ਨੂੰ ਲੋੜ ਹੁੰਦੀ ਹੈ, ਜਿਹੜਾ ਵਾਜਬ ਥਾਂ ਤੇ ਵਾਜਬ ਗੱਲ ਕਰਦਾ ਵੀ ਇਹਦੀ ਇੱਥੇ ਲੋੜ ਹੈ, ਦੂਜਿਆਂ ਨੂੰ ਬੰਦ ਕਰ ਲੈਂਦਾ ਹੈ। ਪਰ ਹੁਣ ਕਹਿੰਦੇ ਅਸੀਂ ਸਾਰਿਆਂ ਨੂੰ ਕਥਾ ਵੱਜ ਕੇ ਬਣਾਉਣਾ ਹੈ, ਤੇ ਬਣਾ ਦਿੱਤੇ। ਘਰ ਵਿੱਚ 5 ਜੀ ਨੇ ਆਪਸ ਵਿੱਚ ਲੜੀ ਜਾਂਦੇ। ਬੜੇ ਘਰਾਂ ਵਿੱਚ ਗਿਆ, ਇੱਕ ਕਹਿੰਦਾ ਆ ਪਾਠ ਇੰਨਾ ਕਰਨਾ, ਦੂਜਾ ਕਹਿੰਦਾ ਨਹੀਂ ਕਰਨਾ। ਉਹ ਆਪਸ ਵਿੱਚ ਟਾਈਮ ਲੰਘ ਜਾਂਦਾ ਰਹਿ ਰਸ ਦਾ। ਇਹ ਕਿਹਨਾਂ ਦੀ ਮਿਹਰਬਾਨੀ ਹੈ? ਸਾਡੇ ਗਿਆਨ ਦੀ ਮਿਹਰਬਾਨੀ ਹੈ। ਉਹ ਵੀ ਸਿੱਖ ਸਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ, ਵਾਹ ਭਾਈ ਬੇਲਾ, ਨਾ ਤੇਰਾ ਕੋਈ ਵਕਤ ਤੇ ਨਾ ਤੇਰਾ ਕੋਈ ਵੇਲਾ। ਉਹਨੇ ਇਹ ਜਪ ਲਿਆ ਤੇ ਜ਼ਿੰਦਗੀ ਦਾ ਪਾਰ ਉਤਾਰਾ ਹੋ ਗਿਆ। ਆਪਣਾ ਸਿਆਰੀਆਂ ਬਿਆਰੀਆਂ 'ਚ ਫਸ ਕੇ ਰਹਿ ਗਏ। ਇਸ ਕਰਕੇ ਕਹਿੰਦੇ ਜਾਗਣਾ ਚਾਹੀਦਾ। ਤੇ ਇੱਥੇ ਕਹਿੰਦੇ ਪ੍ਰਾਣੀ ਪਰਮ ਪੁਰਖ ਪੱਗ ਲਾਗੋ, ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜੋ। ਤੇ ਕਿਉਂ ਨਹੀਂ ਜੁੜਦੇ, ਉਹਦਾ ਕੀ ਕਾਰਨ ਦੱਸ ਰਹੇ ਨੇ। ਕਹਿੰਦੇ ਸੋਵਤ ਕਹਾ ਮੋਹ ਨਿੰਦਰਾ ਮੈਂ, ਕਿੱਥੇ ਮੋਹ ਦੀ ਨਿੰਦਰ ਵਿੱਚ ਸੁੱਤੇ ਪਏ ਹੋ। ਪਹਿਲੇ ਦਿਨ ਮੈਂ ਬੇਨਤੀ ਕੀਤੀ ਸੀ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵੀ ਉਹਨਾਂ ਦੇ ਸ਼ਸਤਰਾਂ ਵਰਗੀ ਹੈ, ਇੱਕਦਮ ਟੱਚ ਕਰਦੀ ਬੰਦੇ ਨੂੰ, ਜਵਾਬ ਮੰਗਦੀ। ਕਿੱਥੇ ਸੁੱਤੇ ਪਏ ਹੋ, ਇਸ ਤਰ੍ਹਾਂ ਕਹਿੰਦੇ। ਸੋਵਤ ਕਹਾਂ, ਕਿੱਥੇ ਸੁੱਤੇ ਪਏ ਹੋ, ਸਾਰੀ ਉਮਰ ਹੋ ਗਈ। ਮਨ ਸੁੱਤਾ ਪਿਆ, ਮਨ ਜਾਗਦਾ ਹੀ ਨਹੀਂ। ਤੇ ਸੁੱਤੇ ਹੋਏ ਮਨੁੱਖ ਦੇ ਕੋਲ ਭਾਵੇਂ ਤੁਸੀਂ ਜੋ ਮਰਜ਼ੀ ਕਰੀ ਜਾਓ, ਨੀਂਦ ਦੇ ਵਿੱਚ ਉਹਦਾ ਕੁਝ ਵੀ ਸਵਾਰ ਨਹੀਂ ਸਕਦੇ। ਸੁੱਤੇ ਵਿਅਕਤੀ ਦੇ ਕੋਲ ਪਾਠ ਲਾ ਦਿਓ, ਉਹ ਵੀ ਉਹਦਾ ਨਹੀਂ ਕੋਈ ਸਵਾਰਦਾ। ਉਹਨੂੰ ਜਗਾਉਣਾ ਜ਼ਰੂਰੀ ਹੈ, ਜਿੰਨਾ ਚਿਰ ਮਨ ਨਹੀਂ ਜਾਗਦਾ। ਸੁੱਤੇ ਹੋਏ ਵਿਅਕਤੀ ਦਾ ਕੋਈ ਦੁੱਖ ਵੀ ਖਤਮ ਨਹੀਂ ਕਰ ਸਕਦਾ, ਕਿਉਂਕਿ ਸੁੱਤਾ ਹੋਇਆ ਉਹਨੂੰ ਜੇ ਸੁਪਨਾ ਆ ਰਿਹਾ ਹੈ ਤੇ ਸੁਪਨੇ ਵਿੱਚ ਸੱਪ ਉਹਦੀ ਛਾਤੀ ਤੇ ਚੜਿਆ ਹੈ, ਉਹਨਾਂ ਚਿਰ ਉਹਦਾ ਸੱਪ ਨਹੀਂ ਹਟ ਸਕਦਾ ਜਿੰਨਾ ਚਿਰ ਉਹਨੂੰ ਜਗਾਓ ਨਾ।
ਉਹਦੀ ਨੀਂਦ ਕਰਕੇ ਸੱਪ ਹੈ, ਵੈਸੇ ਹੈ ਨਹੀਂ। ਜਿੰਨਾ ਚਿਰ ਉਹ ਜਾਗਦਾ ਨਹੀਂ ਉਹਦਾ ਸੱਪ ਕੋਈ ਨਹੀਂ ਹਟਾ ਸਕਦਾ। ਇਸ ਕਰਕੇ ਸਾਡਾ ਦੁੱਖ ਕਿਉਂ ਨਹੀਂ ਹਟਦਾ? ਜਿਹੜਾ ਗਿਆਨ ਆ ਰਿਹਾ ਉਹਦੇ ਕੋਲ ਅਸੀਂ ਸੁੱਤੇ ਪਏ ਹਾਂ। ਉਹ ਗਿਆਨ ਸਾਡੀ ਨੀਂਦ ਤੱਕ ਟੱਚ ਨਹੀਂ ਕਰ ਰਿਹਾ। ਜਿੱਥੇ ਮਨ ਸੁੱਤਾ ਹੋਇਆ ਫਸਿਆ ਸੰਸਾਰ ਵਿੱਚ, ਤਾਂ ਜਦੋਂ ਉੱਥੋਂ ਜਿੰਨਾ ਚਿਰ ਜਾਗ ਨਹੀਂ ਆਉਂਦੀ ਤੇ ਜਿੰਨਾ ਚਿਰ ਸਤਿਗੁਰੂ ਜੀ ਜਗਾਉਂਦੇ ਨੇ, ਕਿਰਪਾ ਕਰਕੇ ਇੰਟਰਫੇਅਰ ਕਰਨਾ ਪਏਗਾ, ਉਹਦੇ ਜੀਵਨ ਦੇ ਵਿੱਚ ਹਿਲਾਉਣਾ ਪਏਗਾ ਉਹਨੂੰ। ਉਹਦੇ ਕੋਲ ਭਾਵੇਂ 100 ਪਾਠ ਕਰ ਲਓ, ਭਾਵੇਂ 10 ਕਰ ਲਓ। ਪਾਠ ਦਾ ਮਤਲਬ ਜਗਾਉਣਾ ਸੀ ਮਨ ਨੂੰ। ਤੇ ਜਾਗਣ ਦੀ ਨਿਸ਼ਾਨੀ ਦੱਸੇ, ਗੁਰਬਾਣੀ ਮਿੱਠੀ ਲੱਗਦੀ ਹੈ। ਮਨ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲਾਗੀ ਔਰ ਗੁਰਬਾਣੀ, ਇਹ ਜਾਗਣ ਦੀ ਨਿਸ਼ਾਨੀ ਹੈ। ਜਾਂ ਕੋਈ ਰਸਕ ਪੁਰਖ ਵੈਰਾਗੀ, ਜਿਹਨੂੰ ਮਹਾਰਾਜ ਕਹਿੰਦੇ ਨੇ ਇੱਕ ਵਾਰੀ ਹਾਜ਼ਰੀ ਲਵਾਈਏ ਸਾਰੇ। ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ ਸੋਈ ਜਾਗੀ, ਜਨਮ ਮਿਟਿਓ ਅੰਧੇਰ ਮਿਲਤ ਹਰ ਨਾਨਕ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਮਿਟਿਓ ਅੰਧੇਰ ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਭੇਟਿਓ ਪੁਰਖ ਰਸਿਕ ਬੈਰਾਗੀ, ਭੇਟਿਓ ਪੁਰਖ ਰਸਿਕ ਬੈਰਾਗੀ, ਭੇਟਿਓ ਮਿਟਿਓ ਅੰਧੇਰ ਮਿਲਤ ਹਰ ਨਾਨਕ। ਹਨੇਰਾ ਅਗਿਆਨ ਕਈ ਜਨਮਾਂ ਦਾ ਸੀ, ਇੱਕ ਜਨਮ ਦਾ ਨਹੀਂ ਸੀ। ਜਨਮ ਜਨਮ ਕੀ ਸੋਈ ਜਾਗੀ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਗੁਰੂ ਨਾਲ ਭੇਟ ਹੋਈ, ਗੁਰਮੁਖਾਂ ਨਾਲ ਭੇਟ ਹੋ ਗਈ, ਤਾਂ ਉਹਦੇ ਵਿੱਚੋਂ ਮਨ ਜਾਗਿਆ। ਤੇ ਮਨ ਜਾਗ ਕੇ ਹੈਰਾਨ ਹੋ ਜਾਂਦਾ ਵੀ ਮੈਂ ਕਿੱਥੇ ਸੁੱਤਾ ਪਿਆ ਸੀ ਇੰਨੇ ਸਮੇਂ ਤੋਂ। ਇਸ ਕਰਕੇ ਕਹਿੰਦੇ ਨੇ, ਸੋਵਤ ਕਹਾ ਮੋਹ ਨਿੰਦਰਾ ਮੈਂ, ਇਸ ਮੋਹ ਦੀ ਪਕੜ ਦੀ ਨੀਂਦ ਵਿੱਚ ਕਿੱਥੇ ਸੁੱਤਾ ਹੋਇਆ। ਕਬ ਹੂੰ ਸੁਚਿਤ ਹਵੈ ਜਾਗੋ, ਕਦੀ ਇਹ ਵੀ ਉਦਮ ਕਰਕੇ ਸੁਚੇਤ ਹੋ ਕੇ ਜਾਗ ਕੇ ਬੈਠ ਜਾ। ਸੁਚਿਤ, ਸੁਚੇਤ ਹੋਣਾ, ਸਾਵਧਾਨ ਹੋਣਾ। ਸੁਚਿਤ ਹਵੈ ਜਾਗੋ, ਜਾਗ ਪਓ। ਔਰਨ ਕਹੈ ਉਪਦੇਸ਼ਤ ਹੈ ਪਸ, ਤੋਹੇ ਪ੍ਰਬੋਧ ਨਾ ਲਾਗੋ। ਤੂੰ ਦੂਜਿਆਂ ਨੂੰ ਉਪਦੇਸ਼ ਦਿੰਦਾ ਰਹਿੰਦਾ ਹੈ, ਪਰ ਹੇ ਪਸ਼ੂ ਕਦੀ ਇਹ ਉਪਦੇਸ਼ ਤੂੰ ਆਪਣੇ ਤੇ ਨਹੀਂ ਲਾਉਂਦਾ। ਇਹ ਉਪਦੇਸ਼ ਦੇਣ ਵਾਲਿਆਂ ਵਾਸਤੇ ਹੈ। ਇੱਕ ਹੋਰ ਵੀ ਬੇਨਤੀ ਕਰਾਂ, ਇਹ ਉਪਦੇਸ਼ ਕੱਲੀ ਸਟੇਜ ਤੋਂ ਉਪਦੇਸ਼ ਦੇਣ ਵਾਲਿਆਂ ਵਾਸਤੇ ਨਹੀਂ ਹੈ। ਆਮ ਸਾਰੇ ਆਪਾਂ ਇੱਕ ਦੂਜੇ ਨੂੰ ਉਪਦੇਸ਼ ਦਿੰਦੇ ਹਾਂ, ਦੂਜੇ ਨੂੰ ਦੱਸਦੇ ਹਾਂ ਜੋ ਸਾਨੂੰ ਪਤਾ ਲੱਗ ਜਾਏ। ਇਹ ਸਾਰਿਆਂ ਨੂੰ ਵੀ ਕਹਿ ਰਹੇ ਕਿ ਤੂੰ ਹਮੇਸ਼ਾ ਦੂਜਿਆਂ ਨੂੰ ਹੀ ਦੱਸਦਾ ਰਹੇਗਾ ਕਿ ਆਹ ਚੰਗਾ ਹੈ ਤੇ ਆਹ ਮਾੜਾ ਹੈ, ਕਿ ਕਦੀ ਆਪਣੇ ਬਾਰੇ ਵੀ ਸੋਚਦਾ ਕਿ ਮੈਂ ਕੀ ਕਰ ਰਿਹਾ। ਤੋਹੇ ਪ੍ਰਬੋਧ, ਤੈਨੂੰ ਕਦੀ ਗਿਆਨ ਲੱਗਾ, ਕਦੀ ਤੂੰ ਉਪਦੇਸ਼ ਆਪਣੇ ਆਪ ਨੂੰ ਲਾਇਆ ਹੈ। ਸਿੰਚਤ ਕਹਾਂ ਪਰੇ ਬਿਖਿਆਨ ਕਹੈ, ਸਿੰਚਤ ਦਾ ਮਤਲਬ ਹੈ ਸਿੰਚਾਈ ਕਰਨੀ, ਪਾਣੀ ਦੇਣਾ। ਕਹਿਣ ਲੱਗੇ ਜਿਹੜਾ ਸਵਾਸਾਂ ਦਾ ਪਾਣੀ ਹੈ ਤੂੰ ਆਪਣੇ ਵਿਕਾਰਾਂ ਨੂੰ ਹੀ ਲਾਈ ਜਾਂਦਾ ਸਾਰੀ ਉਮਰ, ਉਹ ਵੱਡੇ ਹੋਈ ਜਾਂਦੇ ਨੇ। ਜਿਹੜਾ ਪਾਣੀ ਦਿੱਤਾ ਸੀ ਰੱਬ ਨੇ ਸਵਾਸਾਂ ਦਾ, ਉਹ ਲਾਉਣਾ ਸੀ ਨਾਮ ਦੇ ਬੂਟੇ ਨੂੰ। ਪਰ ਹਰ ਇੱਕ ਸਵਾਸ ਦਾ ਪਾਣੀ ਸਿੰਚਤ ਕਹਾਂ, ਸਿੰਚਾਈ ਕਰਨੀ, ਪਾਣੀ ਦੇਣਾ। ਸਿੰਚਤ ਕਹਾਂ ਪਰੇ ਬਿਖਿਆਨ ਕਹਿ, ਬਿਖਿਆਨ ਦਾ ਅਰਥ ਵਿਕਾਰਾਂ ਨੂੰ ਹੀ ਸਿੰਚੀ ਜਾਣਾ ਤੂੰ ਸਾਰੀ ਉਮਰ। ਕਬ ਹੂੰ ਬਿਖੈ ਰਸ ਤਿਆਗੋ, ਕਬ ਹੂੰ ਦਾ ਮਤਲਬ 24 ਘੰਟਿਆਂ ਵਿੱਚੋਂ ਕਦੀ ਤੇ ਥੋੜਾ ਚਿਰ ਤੇ ਇਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰਿਆ ਕਰ, ਕਿਤੋਂ ਤੇ ਸ਼ੁਰੂ ਕਰ। ਕਬ ਹੂੰ ਬਿਖੈ ਰਸ ਤਿਆਗੋ, ਕੇਵਲ ਕਰਮ ਭਰਮ ਸੇ ਚੀਨੋ। ਇਹਦੀ ਵਿਆਖਿਆ ਆਪਾਂ ਪਿੱਛੇ ਕਰ ਚੁੱਕੇ ਹਾਂ ਬਹੁਤ ਟਾਈਮ। ਕੀ ਸਾਰੀ ਉਮਰ ਕੇਵਲ ਉਹ ਕਰਮਾਂ ਵਿੱਚ ਹੀ ਤੂੰ ਫਸਿਆ ਰਹੇਗਾ ਤੇ ਭਰਮ ਦੀ ਨੀਂਦ ਵਿੱਚ ਸੁੱਤਾ ਰਹੇਗਾ
ਜਿਹੜੇ ਧਰਮ ਦੇ ਕਰਮ ਵੀ ਤੈਨੂੰ ਸਵਾ ਹੀ ਦਿੰਦੇ ਨੇ ਕਿ ਇਹ ਚੰਗਿਆਈ, ਇਹ ਦਾਨ ਕੀਤਾ, ਇਹ ਪੁੰਨ ਕੀਤਾ, ਇਹ ਆਹ ਕਰ ਦਿੱਤਾ ਜੀ, ਉਹ ਕਰ ਦਿੱਤਾ, ਇਹਨਾਂ ਵਿੱਚ ਹੀ ਫਸਿਆ ਰਹੇਗਾ। ਕਲਗੀਧਰ ਪਾਤਸ਼ਾਹ ਕਹਿੰਦੇ ਕੇਵਲ ਸੁੱਕੇ ਕਰਮ ਕਰਨੇ ਛੱਡ ਦੇ, ਕੇਵਲ ਕਰਮ ਧਰਮ ਸੇ ਚੀਨੋ, ਕੇਵਲ ਇਹਨਾਂ ਵਿੱਚ ਹੀ ਫਸਿਆ ਰਹੇਗਾ। ਤੈਨੂੰ ਚਾਹੀਦਾ ਕਿ ਧਰਮ ਕਰਮ ਅਨੁਰਾਗੋ, ਉਹ ਕਰਮ ਕਰ ਜਿਨ੍ਹਾਂ ਦੇ ਵਿੱਚ ਧਰਮ ਦੀ ਮਿਠਾਸ ਹੋਵੇ, ਅਨੁਰਾਗੋ ਪ੍ਰੇਮ ਹੋਵੇ, ਜਿਨ੍ਹਾਂ ਵਿੱਚ, ਅਨੁਰਾਗ ਦਾ ਅਰਥ ਪ੍ਰੇਮ ਹੈ, ਜਿਨ੍ਹਾਂ ਵਿੱਚ ਅੰਦਰ ਗਹਿਰਾ ਪ੍ਰੇਮ ਹੋਵੇ, ਰਸ ਹੋਵੇ, ਆਨੰਦ ਹੋਵੇ। ਉਹ ਕਰਮ ਕਿਹੜਾ ਹੈ? ਉਹ ਕਰਮ ਹੈ ਬੰਦਗੀ, ਉਹ ਕਰਮ ਹੈ ਨਾਮ ਜਪਣਾ, ਸਿਮਰਨ ਕਰਨਾ। ਉਹ ਵੀ ਕਦੀ ਕਰੇਗਾ ਜਾਂ ਕੇਵਲ ਹੋਰ ਗਿਆਨ ਦੇ ਢੋਲ ਵਜਾਈ ਜਾਏਗਾ ਸਾਰੀ ਉਮਰ ਵਾਸਤੇ। ਸਾਹਿਬ ਅੱਗੇ ਬਚਨ ਕਰਦੇ ਨੇ, ਸੰਗ੍ਰਹਿ ਕਰੋ ਸਦਾ ਸਿਮਰਨ ਕੋ। ਸੰਗ੍ਰਹਿ ਦਾ ਅਰਥ ਇਕੱਠਾ ਕਰਨਾ, ਜਮਾ ਕਰਾਉਣਾ। ਜਿਵੇਂ ਮਧੂ ਮੱਖੀ ਛੋਟਾ ਛੋਟਾ ਫੁੱਲਾਂ ਤੋਂ ਸ਼ਹਿਦ ਚੁੱਕ ਕੇ ਇਕੱਠਾ ਕਰਦੀ, ਇਸ ਤਰ੍ਹਾਂ ਸਿਮਰਨ ਨੂੰ ਤੁਸੀਂ ਇਕੱਠਾ ਕਰੋ। ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਛੋਟੇ ਤੋਂ ਛੋਟਾ ਪਾਪ ਵੀ ਛੱਡੋ। ਪਾਪ ਦਾ ਮਤਲਬ ਉਹ ਕਰਮ ਜਦੋਂ ਅਸੀਂ ਆਪਣੇ ਆਪ ਨੂੰ ਭੁੱਲ ਕੇ ਕਿਸੇ ਚੀਜ਼ ਵਿੱਚ ਗਵਾਚ ਜਾਂਦੇ ਹਾਂ। ਆਪਾਂ ਸ਼ੁਰੂ ਵਿੱਚ ਜੋ ਬੇਨਤੀ ਕੀਤੀ ਸੀ, ਉਹ ਪਾਪ ਉਹਨੂੰ ਕਹਿੰਦੇ ਨੇ। ਪਾਪ ਦਾ ਮਤਲਬ ਬੇਹੋਸ਼ ਹੋ ਜਾਣਾ, ਕਿਸੇ ਚੀਜ਼ ਨੂੰ ਵੇਖਣਾ ਉਹਦੇ ਵਿੱਚ 100% ਡਿੱਗ ਪੈਣਾ, ਕਿਸੇ ਚੀਜ਼ ਨੂੰ ਸੁਣਨਾ ਉਹਦੇ 'ਚ 100% ਡਿੱਗ ਪੈਣਾ, ਕਿਸੇ ਚੀਜ਼ ਬਾਰੇ ਸੋਚਣਾ ਤੇ ਅੰਦਰੋਂ ਨਿਕਲ ਜਾਣਾ ਖਿਆਲਾਂ ਦੇ ਰਾਹੀਂ, ਪਾਪ ਸ਼ੁਰੂ ਹੋ ਗਿਆ। ਇਸ ਕਰਕੇ ਕਹਿੰਦੇ ਉਹਨੂੰ ਕਦੀ ਛੱਡ ਕੇ ਵੇਖੋ, ਉਹਦੇ ਤੋਂ ਭਾਗੋ, ਦੂਰ ਭੱਜੋ, ਭਾਵ ਤਿਆਗੋ। ਜਾਂ ਤੇ ਦੁੱਖ ਪਾਪ ਨਹਿ ਭੇਟੈ। ਹੁਣ ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੇ ਕਹਿੰਦੇ ਦਸਮ ਪਾਤਸ਼ਾਹ ਦੀ ਬਾਣੀ, ਇਹ ਬਾਣੀ ਉਹਨਾਂ ਦੀ ਨਹੀਂ, ਗੁਰੂ ਗ੍ਰੰਥ ਸਾਹਿਬ ਨਾਲ ਮਿਲਦੀ ਨਹੀਂ। ਆ ਪੰਕਤੀ ਪੜੋ, ਜਾਂ ਤੇ ਦੁੱਖ ਪਾਪ ਨਹਿ ਭੇਟੈ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁੱਖ ਪਾਪ ਕਾ ਨਾਸ। ਆਏ ਨੇ ਨਾ ਦੋਵੇਂ ਇਕੱਠੇ ਸ਼ਬਦ, ਦੁੱਖ ਤੇ ਪਾਪ। ਇੱਥੇ ਵੀ ਦੁੱਖ ਤੇ ਪਾਪ ਇਕੱਠੇ ਆਏ, ਇੱਕੋ ਹੀ ਸਿਧਾਂਤ ਹੈ। ਜਾਂ ਤੇ ਦੁੱਖ ਪਾਪ ਨਹਿ ਭੇਟੈ, ਜਿਸ ਕਰਮ ਦੇ ਕੀਤਿਆਂ, ਪ੍ਰੇਮ ਦੇ ਕੀਤਿਆਂ ਤੇਰੀ ਜ਼ਿੰਦਗੀ ਵਿੱਚ ਪਾਪ ਆਏਗਾ ਨਹੀਂ, ਤੇ ਜਿੱਥੇ ਪਾਪ ਨਹੀਂ ਆਏਗਾ ਉੱਥੇ ਦੁੱਖ ਵੀ ਨਹੀਂ ਆਏਗਾ। ਕਾਲ ਜਾਲ ਤੇ ਤਾਗੋ, ਇਸ ਕਾਲ ਦੇ ਮੌਤ ਦੇ ਜਾਲ ਤੋਂ ਉਭਰੋ। ਇਹਨੂੰ ਧਿਆਨ ਨਾਲ ਵੇਖੋ, ਤਾਗੋ, ਇਹਦੇ ਤੋਂ ਉਭਰਨ ਦੀ ਕੋਸ਼ਿਸ਼ ਕਰੋ ਕਿ ਟਾਈਮ ਦਾ ਜਿਹੜਾ ਜਾਲ ਹੈ, ਸਮੇਂ ਦਾ, ਉਹ ਤੁਹਾਨੂੰ ਵਲੇਟਦਾ ਜਾ ਰਿਹਾ, ਤੁਹਾਨੂੰ ਖਤਮ ਕਰਦਾ ਜਾ ਰਿਹਾ, ਉਹਦੇ ਤੋਂ ਨਿਕਲਣ ਦੀ ਕੋਸ਼ਿਸ਼ ਕਰੋ। ਜੋ ਸੁਖ ਚਾਹੋ ਸਦਾ ਸਭਨ ਕੋ, ਤੋ ਹਰ ਕੇ ਰਸ ਪਾਗੋ। ਜੇ ਹਰ ਪ੍ਰਕਾਰ ਦਾ ਸੁਖ ਚਾਹੁੰਦੇ ਹੋ ਤੇ ਉਸ ਵਾਹਿਗੁਰੂ ਦੇ ਨਾਮ ਦੇ ਰਸ ਦੇ ਵਿੱਚ ਭਿੱਜ ਜਾਓ, ਉਹਦੇ ਵਿੱਚ ਟਿਕੋ। ਮਹਾਰਾਜ ਇਸ ਰਾਮ ਕਲੀ ਸ਼ਬਦ ਵਿੱਚ ਕਿਰਪਾ ਕਰ ਰਹੇ ਨੇ। ਆਓ ਬਾਕੀ ਦੇ ਰਹਿੰਦੇ ਮਿੰਟ ਆਪਾਂ ਫਿਰ ਸਿਮਰਨ ਵਿੱਚ ਜੁੜੀਏ। ਸਾਰਿਆਂ ਨੇ ਇੱਕੋ ਆਵਾਜ਼ ਵਿੱਚ ਬੋਲਣ ਦੀ ਕੋਸ਼ਿਸ਼ ਕਰਨੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ